हेलो बच्चों। ਅੱਜ ਆਪਾਂ ਕਲਾਸ 11 ਦਾ 5th ਚੈਪਟਰ ਕੰਪਲੈਕਸ ਨੰਬਰ ਸਟਾਰਟ ਕਰਨ ਜਾ ਰਹੇ ਹਾਂ। ਇਸ ਚੈਪਟਰ ਦੇ ਵਿੱਚ ਆਪਾਂ ਪੜਾਂਗੇ ਵਟ ਆਰ ਕੰਪਲੈਕਸ ਨੰਬਰਸ ਨੂੰ ਪਲੱਸ ਮਾਈਨਸ ਮਲਟੀਪਲਾਈ ਵਗੈਰਾ ਕਿਵੇਂ ਕਰਦੇ ਆ ਉਹ ਪੜਾਂਗੇ ਅਤੇ ਨਾਲ ਦੀ ਨਾਲ NCERT ਦੀ ਐਕਸਰਸਾਈਜ਼ 5.1 ਵੀ ਪੜਾਂਗੇ। ਸੋ ਅੱਜ ਦਾ ਲੈਕਚਰ ਆਪਾਂ ਸਟਾਰਟ ਕਰਦੇ ਹਾਂ। ਸਭ ਤੋਂ ਪਹਿਲਾਂ ਆਪਾਂ ਵੀ ਕੰਪਲੈਕਸ ਨੰਬਰ ਆਪਾਂ ਨੂੰ ਕਿਉਂ ਲੋੜ ਪੈਂਦੀ ਹੈ। ਜਿਸ ਤਰ੍ਹਾਂ ਤੁਸੀਂ ਮਤਲਬ ਕਿ ਛੋਟੀ ਕਲਾਸ ਦੇ ਵਿੱਚ ਪੜ੍ਹਦੇ ਹੋ, ਇੱਕ ਇਕੁਏਸ਼ਨ ਤੁਹਾਡੇ ਕੋਲ अर्ਲੀ ਕਲਾਸ ਦੇ ਵਿੱਚ ਆ ਜਾਂਦੀ ਹੈ x + 3 = ਸਪੋਜ਼ ਉਹਨੇ ਲਿਖ ਲਿਆ 7। ਜੇ ਆਪਾਂ ਇਕੁਏਸ਼ਨ ਸੋਲਵ ਕਰਨੀ ਹੈ ਤਾਂ ਤੁਹਾਨੂੰ ਇੱਕ ਨਵੇਂ ਨੰਬਰਸ ਦੀ ਲੋੜ ਪੈਣੀ ਹੈ। ਕਿਹੜੇ ਨੰਬਰਸ ਉਹਨੇ ਪਹਿਲਾਂ ਪੜ੍ਹੇ ਸੀਗੇ? ਉਹ ਸੀਗੇ ਨੈਚੁਰਲ ਨੰਬਰਸ। ਸੈੱਟ ਆਫ ਨੈਚੁਰਲ ਨੰਬਰ ਜਿਹੜਾ ਤੁਸੀਂ ਪੜ੍ਹਦੇ ਹੋ, ਅਗਰ ਆਪਣੇ ਕੋਲੇ ਨੰਬਰਸ ਨਾ ਹੁੰਦੇ ਤਾਂ ਆਪਾਂ ਇਕੁਏਸ਼ਨ ਸੋਲਵ ਨਹੀਂ ਕਰ ਪਾਉਂਦੇ ਸੀਗੇ। ਜਿਵੇਂ ਇਹਨੂੰ ਸੋਲਵ ਕਰਦੇ ਹਾਂ ਤਾਂ x ਦੀ ਵੈਲਿਊ ਆਪਣੇ ਕੋਲ 4 ਆ ਗਈ ਤੇ 4 ਕਿੱਥੋਂ ਆ ਰਿਹਾ? ਇਟ ਕਮਸ ਫਰੋਮ ਦਾ ਸੈੱਟ ਆਫ ਨੈਚੁਰਲ ਨੰਬਰਸ। ਜੋ ਥੋੜੇ ਜਿਹੇ ਤੁਸੀਂ ਅੱਗੇ ਜਾ ਕੇ ਪੜ੍ਹਦੇ ਹੋ ਤਾਂ ਤੁਹਾਡੇ ਕੋਲ ਫਿਰ ਇੱਕ ਇਸ ਤਰ੍ਹਾਂ ਦੀ ਕੋਈ ਇਕੁਏਸ਼ਨ ਆ ਜਾਂਦੀ ਹੈ। ਸਪੋਜ਼ x + 7 = 3 ਲਿਖ ਲਿਆ। ਹੁਣ ਇਸ ਤਰ੍ਹਾਂ ਦੀ ਇਕੁਏਸ਼ਨ ਨੂੰ ਸੋਲਵ ਕਰਨ ਵਾਸਤੇ ਤੁਹਾਨੂੰ ਫਿਰ ਨਵੇਂ ਨੰਬਰ ਦੀ ਲੋੜ ਪਈ, ਜਿਨ੍ਹਾਂ ਨੂੰ ਆਪਾਂ ਇੰਟੀਜਰਸ ਕਹਿਣਾ ਸ਼ੁਰੂ ਕਰਤਾ। ਜਿਸ ਤਰ੍ਹਾਂ -3 -2 ਇਹ ਵਾਲੇ ਜਿਹੜੇ ਇੰਟੀਜਰਸ ਨੇ ਇਹ ਆਪਾਂ ਪੜ੍ਹਨੇ ਸ਼ੁਰੂ ਕਰ ਲਏ। ਇਹ ਨਵੇਂ ਨੰਬਰ ਤੁਹਾਡੇ ਕੋਲ ਪਹਿਲਾਂ ਆ ਚੁੱਕੇ ਨੇ। ਤਾਂ ਇਹਦੇ ਜਿਵੇਂ ਇਸ ਤਰ੍ਹਾਂ ਇਹਦਾ ਸੋਲਵ ਕਰੋਗੇ 3 - 7 - 4 ਆ ਗਿਆ। ठीक है, इक्वेशन ਤਾਂ ਹੀ ਸੋਲਵ ਹੋ ਪਾ ਰਹੀ ਹੈ ਅਗਰ ਆਪਣੇ ਕੋਲ ਇਹ ਵਾਲਾ ਸੈੱਟ ਆਫ ਨੰਬਰਸ ਮਿਲ ਗਿਆ। ਥੋੜੇ ਅੱਗੇ ਚੱਲਦੇ ਹੋ ਤਾਂ ਤੁਹਾਡੇ ਕੋਲ ਆ ਜਾਂਦਾ ਜਿਵੇਂ 7th ਕਲਾਸ ਦੇ ਵਿੱਚ ਨੀਅਰ ਅਬਾਊਟ ਤੁਹਾਡੇ ਕੋਲ ਇਸ ਤਰ੍ਹਾਂ ਦੀ ਇਕੁਏਸ਼ਨ ਸੋਲਵ ਕਰ ਸਕਦੇ ਹੋ। ਕਿਉਂਕਿ ਇੱਥੇ ਹੁਣ ਦੇਖੋ ਇਹਨੂੰ ਸੋਲਵ ਕਰਨ ਵਾਸਤੇ ਆਪਣੇ ਕੋਲ ਕਿਹੜਾ ਨੰਬਰ ਆ ਗਿਆ? x = ਮੰਨ ਲਓ 7.3 ਆ ਗਿਆ। ਇਹ ਨੰਬਰ ਤਾਂ ਹੀ ਮਿਲੇਗਾ ਅਗਰ ਆਪਣੇ ਕੋਲ ਕੋਈ ਸੈੱਟ ਆਫ ਰੈਸ਼ਨਲ ਨੰਬਰ ਹੁੰਦਾ। ਤਾਂ ਤੁਸੀਂ ਇਸ ਤਰ੍ਹਾਂ ਦੇ ਨੰਬਰ ਜਿਹੜੇ ਪੜ੍ਹੇ ਨੇ, ਜਿਵੇਂ ਹੁਣ ਆਪਾਂ ਇਹਨੂੰ ਸੈੱਟ ਬਿਲਡਰ ਫਾਰਮ 'ਚ ਲਿਖ ਸਕਦੇ ਹਾਂ। ਉਹਨੇ +1 ਦੇ ਵਿੱਚ ਪਹਿਲਾ ਚੈਪਟਰ ਪੜ੍ਹ ਚੁੱਕੇ ਹੋ ਤੁਸੀਂ। ਤਾਂ ਇਸ ਤਰ੍ਹਾਂ ਦਾ ਜਿਹੜੇ ਨੰਬਰਸ ਹੁੰਦੇ ਨੇ ਇਹ ਆਪਾਂ ਸੈੱਟ ਬਿਲਡਰ ਫਾਰਮ ਦੇ ਵਿੱਚ ਨੇ। ਤੇ ਬਟਿਆਂ ਵਾਲੇ ਨੰਬਰ ਜਿਹੜੇ ਹੁੰਦੇ ਨੇ 7.3 3.7 1.2 -1.3 ਇਸ ਤਰ੍ਹਾਂ ਦੇ ਜਿਹੜੇ ਕਾਫੀ ਨੰਬਰਸ ਹੁੰਦੇ ਨੇ, ਠੀਕ ਹੈ, ਉਹ ਆਪਣੇ ਕੋਲ ਇਹਦੇ ਵਿੱਚ ਆ ਕੇ ਰੈਸ਼ਨਲ ਨੰਬਰ ਦੇ ਵਿੱਚ। ਤਾਂ ਇਹਦੀ ਹੈਲਪ ਨਾਲ ਆਪਣੇ ਕੋਲ ਇਹ ਇਕੁਏਸ਼ਨ ਸੋਲਵ ਹੋਣੀਆਂ ਸ਼ੁਰੂ ਹੋ ਗਈਆਂ। ਥੋੜਾ ਅੱਗੇ ਜੋ ਚੱਲਦੇ ਆਪਾਂ ਨੀਅਰ ਅਬਾਊਟ ਜਿਵੇਂ 9th ਕਲਾਸ ਦੇ ਵਿੱਚ ਆ ਜਾਂਦੇ ਆ ਤਾਂ ਉੱਥੇ ਜਾ ਕੇ ਆਪਣੇ ਕੋਲ ਇਕੁਏਸ਼ਨ ਜਿਵੇਂ ਆ ਗਈਆਂ x² = 2 ਇਕੁਏਸ਼ਨ ਹੈ। ਹੁਣ ਉਹ ਇਕੁਏਸ਼ਨ ਰੈਸ਼ਨਲ ਨੰਬਰ ਦੀ ਹੈਲਪ ਨਾਲ ਸੋਲਵ ਨਹੀਂ ਹੋ ਪਾ ਰਹੀ ਸੀਗੀ। ਤਾਂ ਫਿਰ ਨਵੇਂ ਨੰਬਰ ਆ ਗਏ ਆਪਣੇ ਕੋਲ, ਸੈੱਟ ਆਫ ਇਰੈਸ਼ਨਲ ਨੰਬਰਸ ਆ ਗਏ। ਠੀਕ ਹੈ, ਆਪਣੇ ਕੋਲ ਉਹ ਵਾਲੇ ਡੈਸੀਮਲ ਐਕਸਪੈਂਸ਼ਨਸ ਆ ਗਈਆਂ ਜਿਹੜੇ ਨਾ ਤਾਂ ਨੋਨ ਰਿਪੀਟਿੰਗ ਤੇ ਨੋਨ ਟਰਮੀਨੇਟਿੰਗ ਦੇ ਵਿੱਚ ਆ ਜਾਂਦੀਆਂ ਨੇਗੀਆਂ। ਤਾਂ ਉਹਦੇ ਨਾਲ ਕੀ ਹੋ ਗਿਆ? ਨਵੇਂ ਨੰਬਰਸ ਕਿਹੜੇ ਆ ਗਏ? ਜਿਵੇਂ √2 ਪ੍ਰਾਈਮ ਨੰਬਰ ਦੇ ਸਕੇਅਰ ਆ ਗਏ, √2 ਦਾ, √3 ਦਾ। ਤਾਂ ਇਸ ਤਰ੍ਹਾਂ ਦੇ ਨੰਬਰਸ ਆਪਣੇ ਕੋਲ ਐਗਜ਼ਿਸਟੈਂਸ ਦੇ ਵਿੱਚ ਆ ਗਏ, ਜਿਨ੍ਹਾਂ ਨਾਲ ਆਪਾਂ ਇਸ ਤਰ੍ਹਾਂ ਦੀ ਇਕੁਏਸ਼ਨ ਜਿਹੜੀ ਹੈਗੀ x² = 2 ਵਾਲੀ ਆ ਵੀ ਸੋਲਵ ਕਰਨ ਲੱਗ ਗਏ। ਤੋ ਪਰ ਅਜੇ ਤੱਕ ਜੋ 10th ਕਲਾਸ ਇਹ ਦੋਨੋਂ ਜਿਹੜੇ ਨੰਬਰ ਨੇ ਰੈਸ਼ਨਲ ਤੇ ਇਰੈਸ਼ਨਲ ਜੋ ਇਕੱਠੇ ਕਰ ਲਿਆ ਨੇ, ਇਹਨੂੰ ਆਪਾਂ ਰੀਅਲ ਨੰਬਰਸ ਕਹਿਣਾ ਸ਼ੁਰੂ ਕਰ ਦਿੰਦੇ ਹਾਂ। ਲੇਕਿਨ ਹੁਣ ਤੱਕ ਮਤਲਬ ਕਿ 10th ਕਲਾਸ ਤੱਕ ਆਪਣੇ ਕੋਲ ਨਾ ਇਸ ਤਰ੍ਹਾਂ ਦੀ ਕੋਈ ਇਕੁਏਸ਼ਨ ਆ ਜਾਂਦੀ, ਸਪੋਜ਼ ਕਰ ਲਓ x² = -1 ਲਿਖਿਆ ਹੋਵੇ, ਤਾਂ ਕੋਈ ਵੀ ਇਹੋ ਜਿਹਾ ਰੀਅਲ ਨੰਬਰ ਤੁਹਾਡੇ ਕੋਲ ਹੈ ਨਹੀਂ ਸੀ 10th ਕਲਾਸ ਦੇ ਵਿੱਚ ਜਿਹਨੂੰ ਆਪਾਂ ਲਿਖ ਸਕੀਏ ਵੀ ਸਕੇਅਰ ਰੂਟ ਆਫ ਨੈਗੇਟਿਵ ਨੰਬਰ। ਤਾਂ ਆਪਾਂ ਕੋਈ ਰੀਅਲ ਨੰਬਰ ਹੁੰਦਾ ਹੀ ਨਹੀਂਗਾ, ਕੋਈ ਇਸ ਤਰ੍ਹਾਂ ਨੰਬਰ ਨਹੀਂ ਹੈਗਾ ਜਿਹਦਾ ਸਕੇਅਰ ਆਪਣੇ ਕੋਲ ਨੈਗੇਟਿਵ ਨੰਬਰ ਬਣ ਜੇ। ਤਾਂ ਉਹਨੂੰ ਹੁਣ ਆਪਣੇ ਕੋਲ ਸੋਲਵ ਕਰਨ ਵਾਸਤੇ ਤੁਹਾਡੇ ਕੋਲ ਆਊਗਾ +1 ਦੇ ਵਿੱਚ ਤੁਸੀਂ ਪੜ੍ਹਦੇ ਹੋ ਕੰਪਲੈਕਸ ਨੰਬਰਸ। ਠੀਕ ਹੈ, ਤਾਂ ਇਸ ਤਰ੍ਹਾਂ ਇਹ ਨੰਬਰ ਜਿਹੜਾ ਚੈਪਟਰ ਆਪਣੇ ਕੋਲ ਐਗਜ਼ਿਸਟੈਂਸ ਦੇ ਵਿੱਚ ਆ ਜਾਂਦਾ ਹੈ। ਕੰਪਲੈਕਸ ਨੰਬਰਸ ਨੂੰ ਪੜ੍ਹਨ ਤੋਂ ਪਹਿਲਾਂ ਆਪਾਂ ਦੇਖਦੇ ਵੀ ਸਭ ਤੋਂ ਪਹਿਲਾਂ ਕੀ ਹੁੰਦਾ ਹੈ। ਯੂਲਰ ਨੇ ਓਇਟਾ ਡਿਫਾਈਨ ਕੀਤਾ। ਇੱਕ ਨਵੀਂ ਟਰਮ ਡਿਫਾਈਨ ਕਰਨਗੇ, ਓਇਟਾ। ਤਾਂ ਓਇਟਾ ਕੀ ਹੈ? ਓਇਟਾ ਜਿਵੇਂ ਇਸ ਤਰ੍ਹਾਂ ਦੀ ਇਕੁਏਸ਼ਨ ਸੋਲਵ ਕਰਨੀ ਹੋਵੇ, ਓਇਟਾ ਦੀ ਵੈਲਿਊ ਹੁੰਦੀ ਹੈ ਸਕੇਅਰ ਰੂਟ ਆਫ -1। ਤਾਂ ਇੱਕ ਨਵਾਂ ਸਿੰਬਲ, ਨਵੀਂ ਟਰਮ ਆਪਣੇ ਕੋਲ ਆ ਗਈ ਜਿਹੜਾ ਹੈਗਾ -1 ਦਾ ਸਕੇਅਰ ਰੂਟ, ਓਇਟਾ। ਤਾਂ ਇਹਦੀ ਹੈਲਪ ਨਾਲ ਹੀ ਆਪਾਂ ਮਤਲਬ ਕਿ ਕੰਪਲੈਕਸ ਨੰਬਰ ਡਿਫਾਈਨ ਕਰਦੇ ਹਾਂ। ਸੋ ਪਹਿਲਾਂ ਆਪਾਂ ਓਇਟਾ ਬਾਰੇ ਜਿਹੜੀ ਇਨਫੋਰਮੇਸ਼ਨ ਪੜ੍ਹਦੇ ਹਾਂ, ਓਇਟਾ ਬਾਰੇ ਆਪਣੇ ਕੋਲ ਕੀ ਕੀ ਇਨਫੋਰਮੇਸ਼ਨ ਹੋ ਸਕਦੀ ਹੈ। ਜਿਸ ਤਰ੍ਹਾਂ ਆਪਾਂ ਹੁਣ ਪੜ੍ਹ ਕੇ ਹਟੇ ਵੀ ਓਇਟਾ ਕੀ ਹੈ, ਓਇਟਾ ਦੀ ਵੈਲਿਊ ਹੈਗੀ ਹੈ -1 ਦਾ ਸਕੇਅਰ ਰੂਟ। ਠੀਕ ਹੈ, ਇਹ ਆਪਣੇ ਕੋਲ ਆਲਰੇਡੀ ਡਿਫਾਈਨਡ ਹੈ। ਤਾਂ ਇਸ ਨੂੰ ਇਮੈਜਨਰੀ ਯੂਨਿਟ ਵੀ ਕਹਿ ਦਿੰਦੇ ਕਈ ਵਾਰ। ਤਾਂ ਇਹ ਓਇਟਾ ਦੀ ਪਾਵਰ ਆ। ਅਗਰ ਆਪਾਂ ਓਇਟਾ ਦੀ ਸਕੇਅਰ ਕਰ ਲਈਏ, ਓਇਟਾ ਸਕੇਅਰ ਕਿੰਨਾ ਆਊਗਾ? ਦੋਨੋਂ ਪਾਸੇ ਸਕੇਅਰ ਕਰੋਗੇ ਤਾਂ -1 ਆ ਗਿਆ। ਅਗਰ ਓਇਟਾ ਦਾ ਕਿਊਬ ਕਰਨਾ ਹੋਵੇ ਤਾਂ ਕਿੰਨਾ ਆ ਜਾਊਗਾ? ਇਹਨੂੰ ਓਇਟਾ ਨਾਲ ਮਲਟੀਪਲਾਈ ਕਰ ਦਿਓ। ਠੀਕ ਹੈ, ਇੱਧਰ ਵੀ ਓਇਟਾ ਕਿਊਬ ਬਣ ਗਿਆ, ਇੱਧਰ -1 * ਓਇਟਾ ਆ ਗਿਆ। ਅਗਰ ਤੁਹਾਨੂੰ ਓਇਟਾ ਦੀ ਪਾਵਰ 4 ਕੱਢਣਾ ਹੋਵੇ ਤਾਂ ਇਹਨੂੰ ਓਇਟਾ ਨਾਲ ਮਲਟੀਪਲਾਈ ਕਰ ਦਿੰਦੇ ਆ ਤਾਂ ਕਿੰਨਾ ਆ ਜਾਏਗਾ? ਓਇਟਾ - ਓਇਟਾ * ਓਇਟਾ।
ਤਾਂ ਮਾਈਨਸ ਓਇਟਾ ਸਕੇਅਰ ਕਿੰਨਾ ਸੀ ਤੁਹਾਡੇ ਕੋਲ, ਦਿਸ ਇਜ਼ -1, ਤਾਂ ਮਾਈਨਸ ਇਹਦੀ ਵੈਲਿਊ 1 ਆ ਗਈ। ਤਾਂ ਜਿਹੜੀ ਆਪਣੇ ਕੋਲ ਓਇਟਾ 4 ਦੀ ਪਾਵਰ 1 ਆਈ ਹੈ ਨਾ, ਇਹ ਕਾਫੀ ਇੰਪੋਰਟੈਂਟ ਰਹੇਗੀ ਆਪਣੇ ਕੁਐਸਚਨਸ ਫੋਲੋ ਕਰਨ ਵਾਸਤੇ। ਨੈਕਸਟ ਆਪਾਂ ਦੇਖਦੇ ਹਾਂ, ਮੰਨ ਲਓ ਇਸ ਤੋਂ ਬੜੀ ਪਾਵਰ ਆ ਜਾਂਦੀ ਹੈ, ਜਿਸ ਤਰ੍ਹਾਂ ਓਇਟਾ ਦੀ ਪਾਵਰ 5 ਆ ਜੇ। ਅਗਰ ਓਇਟਾ ਦੀ ਪਾਵਰ 5 ਆ ਜਾਏਗਾ, ਉਹ ਕਿਵੇਂ ਸੋਲੋ ਕਰੋਗੇ, ਇਹਨੂੰ ਓਇਟਾ ਨਾਲ ਮਲਟੀਪਲਾਈ ਕਰ ਲਓ, ਜਾਂ ਇਹਨੂੰ ਲਿਖ ਸਕਦੇ ਹੋ ਤੁਸੀਂ ਓਇਟਾ ਦੀ 4 ਇੰਟੂ ਓਇਟਾ ਲਿਖ ਲਿਆ, ਤਾਂ 1 ਇੰਟੂ ਓਇਟਾ ਆ ਗਿਆ ਦਿਸ ਵਨ। ਅਗਰ ਓਇਟਾ ਦੀ 6 ਲਿਖਣੀ ਹੋਵੇ ਤਾਂ ਇਹ ਆਏਗਾ ਓਇਟਾ ਦੀ 4। ਦੇਖੋ ਜਿਹੜੇ ਵੀ ਆਪਣੇ ਕੋਲ ਬੜੀ ਪਾਵਰ ਆਏਗੀ ਓਇਟਾ 4 ਤੋਂ ਉੱਪਰ, ਤਾਂ ਆਪਾਂ ਨਾਲ ਦੀ ਨਾਲ ਉਹਨੂੰ ਓਇਟਾ 4 ਦੇ ਵਿੱਚ ਲਿਖਣ ਦੀ ਕੋਸ਼ਿਸ਼ ਕਰਾਂਗੇ, ਕਿਉਂਕਿ ਓਇਟਾ 4 ਦੀ ਵੈਲਿਊ ਜਿਹੜੀ ਹੁੰਦੀ ਹੈ 1 ਹੁੰਦੀ ਹੈ। ਇਹਦੇ ਨਾਲ ਕੁਐਸਚਨ ਜਿਹੜੇ ਹੈਗੇ ਨੇ ਉਹ ਜਲਦੀ ਹੋ ਜਾਇਆ ਕਰਨਗੇ। -1 ਆ ਗਿਆ। ਤਾਂ ਕੋਈ ਹੋਰ ਪਾਵਰ ਜਿਵੇਂ ਹੁਣ ਦੇਖੋ ਇਹ ਵਾਲਾ ਆਪਣੇ ਕੋਲ ਕਾਹਦੇ ਇਕੁਅਲ ਆ ਗਿਆ, ਇਹ ਓਇਟਾ 5 ਦੇ ਇਕੁਅਲ ਆ ਗਿਆ। ਇਹਦੀ ਵੈਲਿਊ ਕਿੰਨੀ ਆ ਰਹੀ ਹੈ, ਓਇਟਾ 6 ਆ ਰਹੀ ਹੈ। ਇਸੇ ਤਰ੍ਹਾਂ ਇਹ ਓਇਟਾ 7 ਆ ਜਾਏਗਾ। ਤਾਂ ਰਿਪੀਟ ਹੋਣੀਆਂ ਸ਼ੁਰੂ ਹੋ ਗਈਆਂ ਨੇ ਟਰਮਸ, ਠੀਕ ਹੈ। ਮੀਨਸ ਆਪਣੇ ਕੋਲ ਹੁਣ ਓਇਟਾ ਦੀ ਜਿਹੜੀ ਬੜੀਆਂ ਪਾਵਰਸ ਆਉਣਗੀਆਂ, ਉਹਨੂੰ ਤੁਸੀਂ ਓਇਟਾ ਸਕੇਅਰ, ਓਇਟਾ ਕਿਊਬ, ਓਇਟਾ 4 ਤੱਕ ਤਾਂ ਪਹੁੰਚਾਈ ਸਕਦੇ ਹੋ। ਜਿਵੇਂ ਮੈਂ ਕੋਈ ਕੁਐਸਚਨ ਲਿਖ ਕੇ ਦੇਖਦੇ ਹਾਂ, ਜਿਵੇਂ ਮੰਨ ਲਓ ਤੁਹਾਨੂੰ ਕੋਈ ਪੁੱਛ ਲੇ ਵੀ ਓਇਟਾ ਦੀ ਪਾਵਰ, ਜੇ ਆਪਾਂ ਨੇ ਕੋਲ ਲਿਖ ਲਿਆ ਮੰਨ ਲਓ 4 ਦਾ ਕੋਈ ਮਲਟੀਪਲ 32 ਲਿਖ ਲਿਆ, ਠੀਕ ਹੈ। ਇਹਨੂੰ ਆਪਾਂ ਲਿਖ ਸਕਦੇ 4 ਆਇਟਾ 4 ਇੰਟੂ 8, ਤਾਂ ਆਇਟਾ 4 ਦੀ ਪਾਵਰ 8 ਆ ਗਿਆ। ਆਇਟਾ ਦੀ 4 ਕਿੰਨਾ ਹੁੰਦਾ 1, 1 ਦੀ ਪਾਵਰ 8 ਦਿਸ ਇਜ਼ ਇਕੁਅਲ ਟੂ 1 ਆ ਗਿਆ। ਤਾਂ ਇਹਦਾ ਮੀਨਿੰਗ ਕੀ ਹੋਇਆ, ਆਪਣੇ ਕੋਲ ਇੱਕ ਬਹੁਤ ਇੰਪੋਰਟੈਂਟ ਰਿਜ਼ਲਟ ਆ ਗਿਆ ਵੀ ਓਇਟਾ ਦਾ ਅਗਰ ਕੋਈ ਵੀ ਇੱਥੇ ਤੁਸੀਂ ਪਾਵਰ ਲਿਖੋਗੇ, ਇਫ ਇਟ ਇਜ਼ ਮਲਟੀਪਲ ਆਫ 4, ਤਾਂ ਦੀ ਵੈਲਿਊ ਜਿਹੜੀ ਹਮੇਸ਼ਾ ਹੁੰਦੀ ਹੈ ਇਟ ਇਜ਼ ਆਲਵੇਜ਼ ਇਕੁਅਲ ਟੂ 1 ਹੁੰਦੀ ਹੈ। ਇਹ ਧਿਆਨ ਰੱਖਣਾ ਹੈ। ਹੁਣ ਆਪਾਂ ਓਇਟਾ ਦੀ ਕੋਈ ਹੋਰ ਪਾਵਰ ਸੋਲਵ ਕਰਨੀ ਹੈ, ਮੰਨ ਲਓ ਜਿਹੜੀ ਪਾਵਰ ਆਪਣੇ ਕੋਲ 4 ਤੇ ਨਹੀਂ ਡਿਵਾਈਡ ਹੋ ਰਹੀ। ਸਪੋਜ਼ ਕਰ ਲਓ ਜਿਵੇਂ ਹੁਣ ਆਪਣੇ ਕੋਲ ਤੁਸੀਂ 101 ਲਿਖ ਲਿਆ, ਤਾਂ ਇਸ ਨੂੰ ਲਿਖਣ ਵਾਸਤੇ ਤੁਸੀਂ ਕੀ ਕਰੋਗੇ, ਆਪਾਂ ਲਿਖਾਂਗੇ ਇਹਨੂੰ 101 ਨੂੰ ਤੁਸੀਂ 4 ਤੇ ਡਿਵਾਈਡ ਕਰ ਲਓ, ਠੀਕ ਹੈ। ਅਗਰ 4 ਤੇ ਡਿਵਾਈਡ ਕਰੋਗੇ ਇਹ ਕਿੰਨੇ ਤੇ ਗਿਆ, 25 ਤੇ ਗਿਆ, 100 ਤੇ 1 ਆਪਣੇ ਕੋਲ ਰਿਮਾਈਂਡਰ ਆ ਗਿਆ। ਹੁਣ ਆਪਣੇ ਕੋਲ ਜਿਹੜਾ ਕੋਸ਼ੈਂਟ ਹੈਗਾ, ਸੌਰੀ ਦਿਸ ਵਨ, ਜਿਹੜਾ ਆਪਣੇ ਕੋਲ ਡਿਵੀਡੈਂਡ ਹੈਗਾ 101, ਇਹ ਕਾਹਦੇ ਇਕੁਅਲ ਆ ਗਿਆ, ਕੋਸ਼ੈਂਟ ਡਿਵਾਈਜ਼ਰ ਇਨਟੂ ਕੋਸ਼ੈਂਟ ਪਲੱਸ ਰਿਮਾਈਂਡਰ। ਤੇ ਇੱਥੇ ਇਸ ਨੂੰ ਆਪਾਂ ਇਸ ਫਾਰਮ 'ਚ ਲਿਖ ਲੈਂਦੇ ਹਾਂ, ਠੀਕ ਹੈ। ਤੇ ਕਿੰਨਾ ਬਣ ਜਾਏਗਾ, ਓਇਟਾ 4 ਦੀ ਪਾਵਰ 25 ਇੰਟੂ ਓਇਟਾ ਦੀ ਪਾਵਰ 1 ਲਿਖ ਲਿਆ। ਓਇਟਾ ਦੀ 4 ਕਿੰਨਾ ਹੁੰਦਾ 1, ਸੋ 1 ਦੀ ਪਾਵਰ 25 ਇੰਟੂ ਓਇਟਾ, ਸੋ 1 ਦੀ ਪਾਵਰ ਕੋਈ ਵੀ ਹੋਵੇ 1 ਹੀ ਹੁੰਦਾ ਹਮੇਸ਼ਾ। ਇਹ ਓਇਟਾ ਦਾ ਆਨਸਰ ਆ ਗਿਆ। ਤਾਂ ਜਿੰਨੇ ਵੀ ਓਇਟਾ ਦੀਆਂ ਬੜੀਆਂ ਪਾਵਰਸ ਆਉਣਗੀਆਂ ਆਪਾਂ ਇਸੇ ਮੈਥਡ ਨਾਲ ਸੋਲਵ ਕਰਿਆ ਕਰਾਂਗੇ ਹਮੇਸ਼ਾ। ਸਪੋਜ਼ ਕੋਈ ਓਇਟਾ ਦੀ ਤੁਹਾਡੇ ਕੋਲ ਮਾਈਨਸ ਦੀ ਪਾਵਰ ਆ ਜਾਂਦੀ ਹੈ, ਓਇਟਾ ਦੀ ਪਾਵਰ ਤੁਸੀਂ ਲਿਖ ਲਿਓ -1 ਲਿਖ ਲਿਆ, ਤਾਂ ਕਿੰਨਾ ਹੋਏਗਾ 1 ਪੌਨ ਓਇਟਾ, ਠੀਕ ਹੈ। ਤਾਂ 1 ਪੌਨ ਓਇਟਾ ਨੂੰ ਸੋਲਵ ਕਰਨ ਵਾਸਤੇ ਆਪਾਂ ਉੱਪਰ ਨੀਚੇ ਓਇਟਾ ਨਾਲ ਮਲਟੀਪਲਾਈ ਕਰ ਦਿੰਦੇ ਹਾਂ, ਕਿਉਂਕਿ ਓਇਟਾ ਇਜ਼ ਨੋਟ ਇਕੁਅਲ ਟੂ 0, ਤਾਂ ਬਣ ਗਿਆ ਓਇਟਾ ਪੌਨ ਓਇਟਾ ਸਕੇਅਰ। ਤਾਂ ਓਇਟਾ ਜਿਹੜਾ ਹੈਗਾ ਇਹ ਕਿੰਨਾ ਬਣ ਗਿਆ, ਦਿਸ ਇਜ਼ ਇਕੁਅਲ ਟੂ -1, ਤਾਂ ਇਹਦੀ ਵੈਲਿਊ ਕਿੰਨੀ ਆ ਗਈ, ਮਾਈਨਸ ਓਇਟਾ ਆ ਗਈ। ਤਾਂ ਇਸ ਤਰ੍ਹਾਂ ਆਪਾਂ ਇਹਦੀ ਵੈਲਿਊ ਸੋਲਵ ਕਰ ਸਕਦੇ ਹਾਂ। ਹੋਰ ਕੋਈ ਨੈਗੇਟਿਵ ਪਾਵਰ ਲਿਖ ਲਓ, ਜਿਸ ਤਰ੍ਹਾਂ ਆਪਣੇ ਕੋਲ ਲਿਖ ਲੈਂਦੇ ਆਪਾਂ -33 ਲਿਖ ਲਿਆ, ਤੇ ਇਹਦੀ ਵੈਲਿਊ ਕਿਵੇਂ ਫਾਈਂਡ ਕਰੋਗੇ, 1 ਅਪੋਨ ਓਇਟਾ ਦੀ ਪਾਵਰ 33। ਉਸ ਤੋਂ ਬਾਅਦ 1 ਅਪੋਨ ਇਹਨੂੰ 33 ਨੂੰ ਆਪਾਂ ਲਿਖ ਲੈਂਦੇ ਹਾਂ, ਦੇਖੋ ਇਹਨੂੰ 4 ਤੇ ਡਿਵਾਈਡ ਕਰਾਂਗੇ 4/8, ਤਾਂ 4/8 ਇੰਟੂ ਓਇਟਾ, ਇਸ ਤਰ੍ਹਾਂ ਲਿਖ ਸਕਦੇ ਹੋ। ਤੋ ਇਹ ਆ ਗਿਆ ਆਪਣੇ ਕੋਲ 1 ਅਪੋਨ ਓਇਟਾ ਦੀ ਪਾਵਰ 4 1 ਹੁੰਦਾ ਹੈ, 1 ਦੀ ਪਾਵਰ 8 ਇੰਟੂ ਓਇਟਾ, ਤਾਂ 1 ਅਪੋਨ ਓਇਟਾ ਆ ਗਿਆ। ਤਾਂ ਇਸ ਨੂੰ ਆਪਾਂ ਓਇਟਾ ਨਾਲ ਉੱਪਰ ਨੀਚੇ, ਦੇਖੋ ਓਇਟਾ ਕਦੇ ਵੀ ਆਪਾਂ ਡਿਨੋਮੀਨੇਟਰ ਦੇ ਵਿੱਚ ਨਹੀਂ ਲਿਖਦੇ, ਇਹਨੂੰ ਉੱਪਰ ਨੀਚੇ ਓਇਟਾ ਨਾਲ ਮਲਟੀਪਲਾਈ ਕਰ ਲਾਂਗੇ ਤਾਂ ਓਇਟਾ ਖਤਮ ਹੋ ਜਾਏਗਾ, ਓਇਟਾ ਸਕੇਅਰ ਆ ਗਿਆ, ਓਇਟਾ ਅਪੋਨ -1 ਦਿਸ ਇਜ਼ ਨਥਿੰਗ ਬਟ ਮਾਈਨਸ ਓਇਟਾ ਆ ਗਿਆ। ਤਾਂ ਇਹ ਆਪਣਾ ਟੈਕਨੀਕ ਰਹੇਗਾ, ਇਹਨੂੰ ਓਇਟਾ ਦੇ ਜਿਹੜੇ ਇੰਟੈਗਰਲ ਪਾਵਰਸ ਆ ਗਈਆਂ ਉਹਨੂੰ ਸੋਲਵ ਕਰਨ ਵਾਸਤੇ, ਠੀਕ ਹੈ। ਹੁਣ ਇਸ ਤੋਂ ਬਾਅਦ ਆਪਾਂ ਹੋਰ ਵੀ ਇੱਕ ਰਿਜ਼ਲਟ ਦੇਖ ਸਕਦੇ ਹਾਂ। ਆਪਣੇ ਕੋਲ ਓਇਟਾ ਦੀ ਲਗਾਤਾਰ ਕੋਈ ਵੀ ਪਾਵਰ ਤੁਸੀਂ ਲਿਖ ਲਓ, ਮੰਨ ਲਓ ਓਇਟਾ ਦੀ ਪਾਵਰ ਤੁਹਾਨੂੰ 10 ਲਿਖ ਲਿਆ, ਓਇਟਾ ਦੀ ਪਾਵਰ 11 ਲਿਖ ਲਿਆ, ਓਇਟਾ ਦੀ ਪਾਵਰ 12, ਓਇਟਾ ਦੀ ਪਾਵਰ 13, ਇਹਨਾਂ ਦਾ ਸਮ ਹਮੇਸ਼ਾ 0 ਹੋਏਗਾ। ਅਗਰ ਤੁਸੀਂ ਕੋਈ ਵੀ ਕੰਟੀਨਿਊਸ 4 ਪਾਵਰ ਦੀ ਲਿਖ ਲਓਗੇ, ਇਹਨਾਂ ਦਾ ਸਮ ਹਮੇਸ਼ਾ 0 ਹੋਏਗਾ। ਤੁਸੀਂ ਇਹਨੂੰ ਸੋਲਵ ਵੀ ਕਰਕੇ ਦੇਖ ਸਕਦੇ ਹੋ। ਯਾਰ ਈਜ਼ੀ ਮੈਥਡ ਕੀ ਹੋਏਗਾ ਸੋਲਵ ਕਰਨ ਦਾ, ਦੇਖੋ ਓਇਟਾ ਦੀ ਪਾਵਰ 10 ਕਾਮਨ ਕੱਢ ਲੈਂਦੇ ਆ, ਇਹ ਹੈਗਾ 1,
ओएटा की पावर 11 चो ओएटा की पावर 10 कॉमन कढ़िया तो कितना बच गया, ओएटा बच गया। ठीक है, इतने ओएटा की पावर 12 है, ओएटा की पावर 10 कॉमन कढ़ लिया तो इतने ओएटा की पावर 2 बच गया। इतने कितना बन गया, ओएटा की पावर 3 आ गया दिस वन। हुण ये कितना बन गया अपने को 1 प्लस ओएटा, ओएटा स्केयर कितना हुंदा है -1। लास्ट स्क्रीन पर तुसीं पढ़ के हटे हो। ओएटा की क्यूब कितना हुंदा है, ओएटा की क्यूब हुंदा ओएटा स्केयर इंटू ओएटा लिख लैंदे हैं। ठीक है, जे अपने को ना भी याद हो तो भी आप रिजल्ट फाइंड कर सकते हैं। तो माइनस ओएटा ये कट गया आपस, आंसर कितना आ गया 0। ठीक है, सम ऑफ कंटिन्यूस सक्सेसिव पावर जी 4 लिख लोगे ऑफ ओएटा इट्स इज ऑलवेज इक्वल टू 0, ये हमेशा 0 होंगे। नैक्सट आप देखते एक होर रिजल्ट होंगे अपने को, जिस तरह वो की हैगा जे अपने को एक रिजल्ट तुसीं पहला छोटी क्लास के पढ़ते हो, ये वाला जो फॉर्मूला होंगे ये अपने को जे मान लो इत्थे अप्लाई कर दो तुसीं, ਇਹਦੇ ਵਿੱਚ ਪ੍ਰੋਬਲਮ ਕੀ ਆਏਗੀ, ਇਹ ਦੋਨੋਂ A ਤੇ B ਜਿਹੜੇ ਹੈਗੇ ਨੇ ਦੋਨੋਂ ਦੇ ਦੋਨੋਂ ਇਕੱਠੇ ਨੈਗੇਟਿਵ ਨਹੀਂ ਹੋ ਸਕਦੇ। ਅਗਰ ਦੋਨੋਂ ਨੈਗੇਟਿਵ ਹੋ ਜਾਂਦੇ ਨੇ ਫਿਰ ਇਹ ਵਾਲਾ ਰਿਜ਼ਲਟ ਟਰੂ ਨਹੀਂ ਹੁੰਦਾ। ਜਿਸ ਤਰ੍ਹਾਂ ਆਪਾਂ ਲਿਖ ਲੈਂਦੇ ਆ, ਮੰਨ ਲਓ -3 ਲਿਖ ਲਿਆ, ਇੱਥੇ ਆਪਾਂ -5 ਲਿਖ ਲਿਆ। ਹੁਣ ਇਹਦੀ ਵੈਲਿਊ ਇਟ ਇਜ਼ ਨੋਟ ਇਕੁਅਲ ਟੂ, ਇਹਨੂੰ ਆਪਾਂ ਇਸ ਤਰ੍ਹਾਂ ਨਹੀਂ ਲਿਖ ਸਕਦੇ -3 × -5। ਵਾਈ ਤਾਂ ਰੀਜ਼ਨ ਕੀ ਹੈ, ਦੇਖੋ ਸਕੁਅਰ ਰੂਟ ਆਫ -3 ਕਾਹਦੇ ਇਕੁਅਲ ਹੋਏਗਾ, ਇੱਕ ਰਿਜ਼ਲਟ ਆਪਣੇ ਕੋਲ ਦੇਖੋ ਇਹਨੂੰ ਲਿਖ ਲਓ -1 × 3 ਲਿਖ ਲਿਆ। ਇਹ ਦੋਨੋਂ ਨੈਗੇਟਿਵ ਨਹੀਂ ਹੈਗੇ, ਜੇ ਦੋਨੋਂ ਨੈਗੇਟਿਵ ਨਹੀਂ ਹੈਗੇ ਫਿਰ ਤੁਸੀਂ ਅਲੱਗ-ਅਲੱਗ ਕਰਕੇ ਲਿਖ ਸਕਦੇ ਹੋ। ਤੁਸੀਂ ਲਿਖ ਸਕਦੇ ਹੋ -1 × √3 ਦਿਸ ਇਜ਼ ਇਕੁਅਲ ਟੂ ओएटा, ਇਹਦੀ ਵੈਲਿਊ √3 ओएटा आ गई दिस वन। तो इसी तरह रूट ऑफ -5 का इक्वल आ जाएगा √5 ओएटा। इन जनरल तुसीं लिख सकते हो स्केयर रूट ऑफ -a इज इक्वल टू स्केयर रूट ऑफ a ओएटा। ये वाला रिजल्ट आपां जा रख लांगे दिस वन। सो इत्थे हुण जिहड़ी लैफ्ट हैंड साइड इसकी हैगी है, अगर आप लैफ्ट हैंड साइड दे विच दी वैल्यू पुट करांगे √3 ओएटा ते √5 ओएटा, ये कितना बन गया √3 × 5 15 ओएटा स्केयर, देखो ये बन गया -√15। जबकि राइट हैंड साइड कितना सी, ਇਹਦੀ वैल्यू कितनी सी अपने कोल, इट इज़ √15, ये प्लस ਦਾ ਸੀਗਾ। तो दोनों इक्वल नहीं होंगे, उन्हें जा रखना है √a × √b इज इक्वल टू √ab। ये तां ट्रू होएगा इफ a एंड b बोथ आर नॉट नेगेटिव। अगर दोनों के दोनों नेगेटिव हो जाएंगे फिर ये रिजल्ट अपने को ट्रू नहीं होएगा, अदरवाइज आप ये रिजल्ट यूज करते रहेंगे। ये वाला रिजल्ट उन्हें जा रखना है। ठीक है, हुण इंटैगल पावर्स पढ़ लिया, हुण आपां कंपलैक्स नंबर डिफाइन कर सकते हैं। ਉਹਦੀ ਹੈਲਪ ਨਾਲ ਆਪਾਂ ਦੇਖਦੇ ਵੀ ਹੁਣ ਕੰਪਲੈਕਸ ਨੰਬਰ ਦੇਖੋ ਓਏਟਾ ਦਾ ਪੜ੍ਹ ਲਿਆ, ਓਏਟਾ ਪੜ੍ਹਨ ਨਾਲ ਜਿਹੜੀ ਆਪਣੇ ਕੋਲ ਪ੍ਰੋਬਲਮ ਸੀ ਇਸ ਤਰ੍ਹਾਂ ਦੀ ਇਕੁਏਸ਼ਨ ਸੀਗੀਆਂ ਉਹ ਸੋਲਵ ਤਾਂ ਹੋ ਸਕਦੀਆਂ ਨੇ। ਠੀਕ ਹੈ, ਇਹਨੂੰ ਤੁਸੀਂ ਲਿਖ ਸਕਦੇ ਹੋ -1 ਦਾ ਸਕੁਅਰ ਰੂਟ, तो प्लस- ओएटा आ गया, तो अपने को ਇਹਦਾ आंसर तो मिल गया। लेकिन ਹੁਣ ਆਪਣੇ ਕੋਲ ਮੰਨ ਲਓ ਇਕੁਏਸ਼ਨ ਤੁਹਾਡੇ ਕੋਲ ਆ ਜਾਂਦੀ ਹੈ, ਜਿਵੇਂ 10th ਕਲਾਸ ਤੁਸੀਂ ਇੱਕ ਇਕੁਏਸ਼ਨ ਪੜ੍ਹਦੇ ਹੋ x² + x + 1 = 0। ਜੋ ਤੁਸੀਂ ਇਹਦਾ ਡਿਸਕ੍ਰਿਮੀਨੇਟ ਕੱਢਦੇ ਹੋ, ਠੀਕ ਹੈ, b² - 4ac, ਇਹ ਆਪਣੇ ਕੋਲ ਨੈਗੇਟਿਵ ਆ ਜਾਂਦਾ ਹੈ। ਜਦੋਂ ਨੈਗੇਟਿਵ ਆ ਜਾਂਦਾ ਤਾਂ ਇਕੁਏਸ਼ਨ ਦਾ ਕੋਈ ਵੀ ਰੀਅਲ ਸੋਲੂਸ਼ਨ ਨਹੀਂ ਹੁੰਦਾ। ਇਹ 10th ਕਲਾਸ ਤੁਸੀਂ ਪੜ੍ਹਦੇ ਆ ਰਹੇ ਹੋ। ਅਗਰ ਰੀਅਲ ਸੋਲੂਸ਼ਨ ਨਹੀਂ ਹੁੰਦਾ ਤਾਂ ਉੱਥੇ ਆਪਣੇ ਕੋਲ ਹੁਣ ਨਵੇਂ ਨੰਬਰ ਐਗਜ਼ਿਸਟੈਂਸ ਦੇ ਵਿੱਚ ਆ ਜਾਂਦੇ ਨੇ। ਉਹ ਨੰਬਰ ਜਿਹੜੇ ਹੈਗੇ ਨੇ ਉਹਨਾਂ ਨੂੰ ਆਪਾਂ ਕੰਪਲੈਕਸ ਨੰਬਰ ਪੜ੍ਹਦੇ ਹਾਂ। ਜਿਵੇਂ ਇਹਨੂੰ ਤੁਸੀਂ ਸੋਲਵ ਕਰਕੇ ਦੇਖੋ ਤੇ ਆਊਗਾ -b ± √3 ਦਿਸ ਵਨ √-3। ਤਾਂ ਹੁਣ ਇਹਦੀ ਵੈਲਿਊ ਤੁਸੀਂ ਹੁਣੇ ਪੜ੍ਹ ਕੇ ਹਟਿਓ, √-3 ਕਿੰਨਾ ਹੁੰਦਾ ਹੈ, √3 ओएटा। देखो एक ये नवे नंबर बन गए। ये नंबर ਜਿਹੜੇ ਹੈਗੇ ਨੇ ਇਹ ਕੰਪਲੈਕਸ ਨੰਬਰਸ ਹੁੰਦੇ ਨੇ। ਹੁਣ ਆਪਾਂ ਕੰਪਲੈਕਸ ਨੰਬਰ ਨੂੰ ਅਗਰ ਜਨਰਲੀ ਪੜ੍ਹਨਾ ਹੋਵੇ, ਵਟ ਇਜ਼ ਇਹ ਕੰਪਲੈਕਸ ਨੰਬਰ, x + ओएटा y। ਇਸ ਫਾਰਮ 'ਚ ਆਪਣੇ ਕੋਲ ਆਨਸਰਸ ਆਉਂਦੇ ਆ। ਜਿਵੇਂ ਇਹਦੇ ਵਿੱਚ ਜਿਹੜਾ x ਤੇ y ਨੇ ਇਹ ਹੈਗੇ ਨੇ ਆਪਣੇ ਕੋਲ ਰੀਅਲ ਨੰਬਰਸ ਨੇ, ਤੇ ओएटा ਦੀ ਵੈਲਿਊ ਕਿੰਨੀ ਹੈਗੀ ਹੈ, √-1। ਹੁਣੀ ਪੜ੍ਹ ਕੇ ਹਟਿਓ। ਸੋ x ਨੂੰ ਆਪਾਂ ਬੋਲਦੇ ਆ ਕੰਪਲੈਕਸ, ਇਹ ਪੂਰੇ ਦਾ ਪੂਰਾ ਇੱਕ ਕੰਪਲੈਕਸ ਨੰਬਰ ਹੈ। ਇਹਨੂੰ ਆਪਾਂ ਰੀਅਲ ਪਾਰਟ ਬੋਲਦੇ ਹਾਂ, ਦਿਸ ਇਜ਼ ਨੋਨ ਐਜ਼ ਦਾ ਰੀਅਲ ਪਾਰਟ, ਐਕਸ ਇਜ਼ ਨੋਨ ਐਜ਼ ਦਾ ਰੀਅਲ ਪਾਰਟ। ਜਿਹੜਾ ਵਾਈ ਹੈ ਇਕੱਲਾ ਵਾਈ ਬਿਨਾ ਓਏਟਾ ਤੋਂ, ਓਏਟਾ ਵਿੱਚ ਇਨਕਲੂਡ ਨਹੀਂ ਕਰਨਾ, ਇਸ ਨੂੰ ਆਪਾਂ ਇਮੈਜਨਰੀ ਪਾਰਟ ਬੋਲਦੇ ਹਾਂ, ਇਸ ਦਾ ਇਮੈਜਨਰੀ ਪਾਰਟ। ਠੀਕ ਹੈ, ਤਾਂ ਪੂਰੇ ਦਾ ਪੂਰਾ ਇੱਕ ਕੰਪਲੈਕਸ ਨੰਬਰ ਕੀ ਹੁੰਦਾ ਹੈ, ਕੰਪਲੈਕਸ ਨੰਬਰ ਇਜ਼ ਆਫ ਦਾ ਫਾਰਮ x + ओएटा y। ਠੀਕ ਹੈ, ਤਾਂ ਉਹਦੇ ਵਿੱਚ ਇਹਨੂੰ ਆਪਾਂ ਜੇ ਸੈੱਟ ਬਿਲਡਰ ਫਾਰਮ 'ਤੇ ਲਿਖਣਾ ਹੋਵੇ ਇਸ ਤਰ੍ਹਾਂ ਲਿਖ ਦਿੰਦੇ ਹਾਂ, x y ਇਹਨੂੰ ਆਪਾਂ ਕਰਲੀ ਬ੍ਰੈਕਟ 'ਚ ਪਾਤਾ, ਇਹ ਸੈੱਟ ਦਾ ਨੰਬਰ ਲਿਖ ਦਿੰਦੇ ਹਾਂ, c ਨਾਮ ਇਹਦਾ। ਠੀਕ ਹੈ, ਜਿਵੇਂ ਰੀਅਲ ਨੰਬਰ r ਨਾਲ ਲਿਖਦੇ ਆ, ਕੰਪਲੈਕਸ ਨੰਬਰ ਆਪਾਂ c ਨਾਲ ਲਿਖਦੇ।
ਤਾਂ ਇਸ ਤਰ੍ਹਾਂ ਦੇ ਨੰਬਰ ਜਿਹੜੇ ਹੈਗੇ ਨੇ ਆਪਣੇ ਕੋਲ, ਉਹ ਆਪਣੇ ਕੋਲ ਕੰਪਲੈਕਸ ਨੰਬਰਸ ਹੁੰਦੇ ਨੇ, x ਪਲਸ ਓਇਟਾ y। ਫੋਰ ਐਗਜ਼ਾਮਪਲ ਜਿਵੇਂ ਆਪਣੇ ਕੋਲ ਮੈਂ ਨੰਬਰ ਲਿਖ ਲਿਆ 3 ਮਾਈਨਸ 4 ਓਇਟਾ ਲਿਖ ਲਿਆ, ਦਿਸ ਇਜ਼ ਆਲਸੋ ਏ ਕੰਪਲੈਕਸ ਨੰਬਰ। ਹੋਰ ਕੋਈ ਲਿਖ ਲਓ -5 ਮਾਈਨਸ 1.2 ਓਇਟਾ ਲਿਖ ਲਿਆ, √2 ਪਲਸ 3 ਓਇਟਾ ਲਿਖ ਲਿਆ। ਇਹ ਸਾਰੇ ਦੇ ਸਾਰੇ ਕੰਪਲੈਕਸ ਨੰਬਰਸ ਨੇ। ਹੁਣ ਕੰਪਲੈਕਸ ਨੰਬਰ ਨੂੰ, ਜਿਵੇਂ ਰੀਅਲ ਨੰਬਰ ਨੂੰ ਜ਼ਿਆਦਾਤਰ ਆਪਾਂ XY ਨਹੀਂ ਲਿਖਦੇ ਹਾਂ, ਕੰਪਲੈਕਸ ਨੰਬਰ ਨੂੰ ਜ਼ਿਆਦਾਤਰ ਆਪਾਂ Z1 Z2 ਇਸ ਤਰ੍ਹਾਂ ਲਿਖ ਲੈਂਦੇ ਹੁੰਦੇ ਹਾਂ। ਜਿਵੇਂ ਇਹਨੂੰ Z1 ਲਿਖ ਲਿਆ, ਜੇ 2 ਆ ਗਏ Z2 ਲਿਖ ਲਿਆ, 3 ਆ ਗਏ ਤਾਂ ਇਹਨੂੰ Z3 ਲਿਖ ਲਿਆ। ਹੁਣ ਮੰਨ ਲਓ ਜਿਹੜਾ Z1 ਹੈ, ਇਹਦਾ ਆਪਾਂ ਰੀਅਲ ਪਾਰਟ ਲਿਖਣਾ ਹੋਵੇ ਤਾਂ ਰੀਅਲ ਪਾਰਟ ਲਿਖਣ ਦਾ ਵੀ ਸ਼ਾਰਟਕਟ ਹੁੰਦਾ, RE ਪਾ ਕੇ ਬ੍ਰੈਕਟ ਦੇ ਵਿੱਚ Z1 ਲਿਖਤਾ। ਜਿਹੜੇ ਨੰਬਰ ਦਾ ਤੁਸੀਂ ਰੀਅਲ ਪਾਰਟ ਕੱਢਣਾ ਹੈ ਤਾਂ ਰੀਅਲ ਪਾਰਟ ਕਿੰਨਾ ਆ ਗਿਆ, ਇਸਦਾ 3 ਆ ਗਿਆ। ਅਗਰ ਇਹਦੀ ਇਮੈਜਨਰੀ ਪਾਰਟ ਦੀ ਗੱਲ ਕਰੀਏ, ਇਮੈਜਨਰੀ ਪਾਰਟ ਕਿੰਨਾ ਆਊਗਾ, ਐ ਸਮਝ ਲਓ ਓਇਟਾ ਦਾ ਕੋਫੀਸ਼ੀਐਂਟ ਇੱਕ ਤਰ੍ਹਾਂ ਦਾ -4 ਆ ਗਿਆ ਸਮਝਣ ਵਾਸਤੇ। ਹੁਣ Z2 ਦਾ ਲਿਖਣਾ ਹੋਵੇ, Z2 ਦਾ ਰੀਅਲ ਪਾਰਟ ਕਿੰਨਾ ਆਏਗਾ, ਇਹ ਆਏਗਾ ਆਪਣੇ ਕੋਲ 5। ਇਹਦਾ ਇਮੈਜਨਰੀ ਪਾਰਟ IM ਨਾਲ ਲਿਖ ਲੈਂਦੇ ਆ, ਠੀਕ ਹੈ, IM ਨਾਲ। ਤਾਂ ਇਹ ਕਿੰਨਾ ਆ ਗਿਆ ਤੁਹਾਡੇ ਕੋਲ -1/2। ਇੱਥੇ ਓਇਟਾ ਨਾਲ ਨਹੀਂ ਲਿਖਣਾ ਇਮੈਜਨਰੀ ਪਾਰਟ ਦੇ ਵਿੱਚ। ਸਿਮਿਲਰਲੀ ਅਗਰ ਆਪਾਂ ਥਰਡ Z3 ਦਾ ਦੇਖਣਾ ਹੋਵੇ, ਇਹ ਆ ਗਿਆ √2, ਇਹਦਾ ਰੀਅਲ ਪਾਰਟ ਆ ਗਿਆ, ਇਮੈਜਨਰੀ ਪਾਰਟ ਕਿੰਨਾ ਆ ਗਿਆ ਇਸ ਦਾ, ਇਹ ਆ ਗਿਆ 3, ਠੀਕ ਹੈ। ਹੁਣ ਇਹ ਆਪਣੇ ਕੋਲ ਰੀਅਲ ਪਾਰਟ ਆ ਗਿਆ, ਇਮੈਜਨਰੀ ਪਾਰਟ ਆ ਗਿਆ। ਲੇਕਿਨ ਹੁਣ ਜਿਵੇਂ ਆਪਾਂ ਪਹਿਲਾਂ ਪੜ੍ਹ ਰਹੇ ਸੀਗੇ, ਦੇਖੋ ਜਿਹੜੇ ਨੈਚੁਰਲ ਨੰਬਰ ਸੀਗੇ ਉਹ ਸਾਰੇ ਦੇ ਸਾਰੇ ਤੁਹਾਡੇ ਕੋਲ ਨੈਚੁਰਲ ਨੰਬਰ ਆ ਗਏ ਸੀ, ਕਾਹਦੇ ਵਿੱਚ ਆਏ ਸੀਗੇ, ਇੰਟੀਜਰ ਦੇ ਵਿੱਚ ਆ ਗਏ ਸੀ। ਇੰਟੀਜਰ ਜਿਹੜੇ ਹੈਗੇ ਸੀ ਉਹ ਰੈਸ਼ਨਲ ਨੰਬਰ ਦਾ ਸਬਸੈਟ ਬਣ ਗਏ ਸੀਗੇ। ਇਹ ਆਪਣੇ ਕੋਲ ਰੀਅਲ ਨੰਬਰ ਦਾ ਸਬਸੈਟ ਬਣ ਗਏ ਸੀ, ਰੈਸ਼ਨਲ ਨੰਬਰਸ। ਉਸ ਤੋਂ ਬਾਅਦ ਜਿਹੜੇ ਕੰਪਲੈਕਸ ਨੰਬਰਸ ਨੇ ਨਾ, ਇਹ ਇਸ ਤੋਂ ਬੜਾ ਸੈੱਟ ਹੈ। ਇਹ ਬੜਾ ਸੈੱਟ ਕਿਵੇਂ ਬਣੇਗਾ, ਇਹਨੂੰ ਆਪਾਂ ਕਿਵੇਂ ਲਿਖ ਸਕਦੇ ਹਾਂ। ਹੁਣ ਤੁਸੀਂ ਪੜ੍ਹ ਕੇ ਹਟਿਓ Z = x + ਓਇਟਾ y। ਦੇਖੋ ਅਗਰ y = 0 ਹੋ ਜੇ ਤਾਂ Z = x ਆ ਜਾਂਦਾ ਹੈ, ਮੀਨਸ ਇਹ ਚ ਇਮੈਜਨਰੀ ਪਾਰਟ ਹੀ ਖਤਮ ਹੋ ਗਿਆ। ਤੇ ਇਸ ਨੂੰ ਆਪਾਂ ਕਹਿ ਦਿੰਦੇ ਆ ਪਿਓਰਲੀ ਰੀਅਲ ਨੰਬਰ। ਇਹ ਜੇ ਸਾਰੇ ਦੇ ਸਾਰੇ ਜੇ ਰੀਅਲ ਨੰਬਰ ਲਿਖਣੇ ਹੋ ਨਾ, ਰੀਅਲ ਨੰਬਰ ਕੀ ਹੁੰਦਾ, ਮੰਨ ਲਓ √2 ਲਿਖ ਲਿਆ, √2 + ਓਇਟਾ 0 ਲਿਖ ਦਿਓ, ਤਾਂ ਨਾਲ ਦੀ ਨਾਲ ਜਿਹੜੇ ਵੀ ਆਪਣੇ ਕੋਲ ਰੀਅਲ ਨੰਬਰ ਸੀ ਉਹ ਕੰਪਲੈਕਸ ਨੰਬਰ ਵੀ ਹੈਗੇ ਹੈ। ਬਟ ਐਵਰੀ ਕੰਪਲੈਕਸ ਨੰਬਰ ਇਜ਼ ਨਾਟ ਏ ਰੀਅਲ ਨੰਬਰ, ਠੀਕ ਹੈ। ਐਵਰੀ ਰੀਅਲ ਨੰਬਰ ਇਜ਼ ਏ ਕੰਪਲੈਕਸ ਨੰਬਰ, ਬਟ ਐਵਰੀ ਕੰਪਲੈਕਸ ਨੰਬਰ ਇਜ਼ ਨਾਟ ਏ ਰੀਅਲ ਨੰਬਰ। ਫੋਰ ਐਗਜ਼ਾਮਪਲ ਜਿਵੇਂ 3 + 4 ਓਇਟਾ ਲਿਖ ਲਿਆ, ਇਹ ਕੰਪਲੈਕਸ ਨੰਬਰ ਤਾਂ ਹੈਗਾ ਪਰ ਰੀਅਲ ਨੰਬਰ ਨਹੀਂ ਹੈਗਾ, ਠੀਕ ਹੈ। ਰੀਅਲ ਨੰਬਰ ਜਿਹੜਾ ਮਰਜ਼ੀ ਤੁਸੀਂ ਬੋਲੋਗੇ, ਠੀਕ ਹੈ। ਆਪਾਂ ਕੀ ਕਰਨਾ ਹੈ, ਜਸਟ ਮੰਨ ਲਓ √3 ਬੋਲਿਆ, ਆਇਟਾ 0 ਲਗਾਇਆ ਤਾਂ ਨਾਲ ਦੀ ਨਾਲ ਕੰਪਲੈਕਸ ਨੰਬਰ ਬਣ ਗਿਆ। ਸੋ ਇਹ ਕੰਪਲੈਕਸ ਨੰਬਰ ਤਾਂ ਹੈਗਾ ਪਰ ਇਹ ਵਾਲਾ ਆਪਣੇ ਕੋਲ ਇਹ ਨਹੀਂ ਹੈਗਾ, ਠੀਕ ਹੈ। ਦਿਸ ਇਜ਼ ਨਾਟ ਏ ਰੀਅਲ ਨੰਬਰ। 3 + 4 ਓਇਟਾ ਇਜ਼ ਏ ਕੰਪਲੈਕਸ ਨੰਬਰ ਬਟ ਨਾਟ ਏ ਰੀਅਲ ਨੰਬਰ। ਅਗਰ ਆਪਣੇ ਕੋਲ x = ਸਪੋਜ਼ ਕਰ ਲਓ 0 ਹੋ ਗਿਆ, ਇਹਦੇ ਵਿੱਚ Z = ਤਾਂ Z = ਓਇਟਾ y ਹੋ ਗਿਆ। ਇਹ ਚ ਰੀਅਲ ਪਾਰਟ ਹੀ ਨਹੀਂ ਹੈਗਾ, ਤਾਂ ਰੀਅਲ ਪਾਰਟ ਨਹੀਂ ਹੈਗਾ, ਇੱਕ ਤਰ੍ਹਾਂ ਦਾ ਪਿਓਰ ਇਮੈਜਨਰੀ ਨੰਬਰ ਬਣ ਗਿਆ ਇਹ। ਦਿਸ ਇਜ਼ ਏ ਪਿਓਰ ਇਮੈਜਨਰੀ ਨੰਬਰ, ਦਿਸ ਵਨ, ਠੀਕ ਹੈ। ਇਹਦੇ ਵਿੱਚ 0 ਨੂੰ ਲਿਖਣਾ ਹੋਵੇ ਤਾਂ 0 + ਓਇਟਾ 0, ਠੀਕ ਹੈ। ਇਹ 0 ਕੰਪਲੈਕਸ ਨੰਬਰ ਕਹਿ ਸਕਦੇ ਹੋ। ਇਹ ਰੀਅਲ ਨੰਬਰ ਵੀ ਹੈਗਾ, ਠੀਕ ਹੈ। ਇਹ ਰੈਸ਼ਨਲ ਨੰਬਰ ਵੀ ਹੈਗਾ, ਇਹ ਇੰਟੀਜਰ ਵੀ ਹੈਗਾ, ਹੋਲ ਨੰਬਰ ਵੀ ਹੈਗਾ, ਬਟ ਇਟ ਇਜ਼ ਨਾਟ ਏ ਨੈਚੁਰਲ ਨੰਬਰ, ਠੀਕ ਹੈ। ਤਾਂ ਇਹ ਆਪਣੇ ਕੋਲ ਹੋ ਗਿਆ ਕੰਪਲੈਕਸ ਨੰਬਰ ਦਾ ਜਿਹੜਾ ਬਾਇਓਡਾਟਾ ਸੀ ਸਾਰਾ। ਹੁਣ ਆਪਾਂ ਨੈਕਸਟ ਆਪਾਂ ਦੇਖ ਸਕਦੇ ਹਾਂ ਵੀ ਕੰਪਲੈਕਸ ਨੰਬਰ ਜੇ ਤੁਹਾਡੇ ਕੋਲ ਆ ਜਾਣ, ਐਡ ਕਿਵੇਂ ਕਰਨੇ ਨੇ, ਪਲੱਸ ਮਾਈਨਸ ਕਿਵੇਂ ਕਰਨੇ ਆ, ਜਿਹਨੂੰ ਆਪਾਂ ਅਲਜਬਰਾ ਆਫ ਕੰਪਲੈਕਸ ਨੰਬਰਸ ਵੀ ਕਹਿ ਦਿੰਦੇ ਆ, ਅਲਜਬਰਾ ਆਫ ਕੰਪਲੈਕਸ ਨੰਬਰਸ। ਤਾਂ ਕੰਪਲੈਕਸ ਨੰਬਰਸ ਕੋਈ ਵੀ ਆਪਾਂ 2 ਐਗਜ਼ਾਮਪਲ ਨਾਲ ਹੀ ਸਮਝ ਲਾਂਗੇ, ਕਿਉਂਕਿ ਇਹਦਾ ਕੋਈ ਜ਼ਿਆਦਾ ਡਿਟੇਲ ਦੇ ਵਿੱਚ ਆਪਾਂ ਨੂੰ ਸਿਰਫ ਪਲੱਸ ਮਾਈਨਸ ਕਰਨੇ ਆਣੇ ਚਾਹੀਦੇ ਨੇ। ਮੰਨ ਲਓ ਇੱਕ ਕੁਐਸਚਨ ਹੁਣ ਲਿਖ ਲੈਂਦੇ ਆ, 2 - 3 ਓਇਟਾ ਲਿਖ ਲਿਆ Z1, ਇੱਕ Z2 ਕੰਪਲੈਕਸ ਨੰਬਰ ਡਿਫਾਈਨ ਕਰ ਲਓ 3 - 4 ਓਇਟਾ। ਚਲੋ 2 ਕੰਪਲੈਕਸ ਨੰਬਰ ਲਿਖ ਲਏ। ਹੁਣ ਜੇ ਤੁਹਾਨੂੰ ਕੋਈ ਕਹਿ ਦੇ ਵੀ Z1 + Z2 ਹਾਊ ਟੂ ਐਡ ਥੀਸ 2 ਕੰਪਲੈਕਸ ਨੰਬਰਸ, ਤਾਂ ਆਪਾਂ ਕੀ ਕਰਨਾ ਹੈ, ਸਿੰਪਲੀ ਦੇਖੋ ਜੇ ਤੁਹਾਨੂੰ ਕੋਈ ਨਾ ਵੀ ਦੱਸਿਆ, ਮੈਨੂੰ ਲੱਗਦਾ ਫਿਰ ਵੀ ਆਪਾਂ ਕੀ ਕਰਾਂਗੇ, ਆਪਾਂ ਨੂੰ ਪਤਾ ਜਿਹੜਾ ਪਲੱਸ ਮਾਈਨਸ ਹੁੰਦਾ ਹੈ ਬਰਾਬਰ ਦੀ ਚੀਜ਼ਾਂ ਦੇ ਵਿੱਚ ਹੀ ਹੋ ਸਕਦਾ। ਆਪਾਂ ਰੀਅਲ ਪਾਰਟ ਦੇ ਵਿੱਚ ਰੀਅਲ ਪਾਰਟ ਪਲੱਸ ਕਰਾਂਗੇ ਜਾਂ ਮਾਈਨਸ ਕਰਾਂਗੇ, ਕੰਪਲੈਕਸ ਇਮੈਜਨਰੀ ਪਾਰਟ ਦੇ ਵਿੱਚ ਇਮੈਜਨਰੀ ਪਾਰਟ। ਤਾਂ 2 + 3, ਠੀਕ ਹੈ। ਜੇ ਵਧੀਆ ਢੰਗ ਨਾਲ ਲਿਖਣਾ ਹੋਵੇ ਪਲੱਸ ਓਇਟਾ, ਠੀਕ ਹੈ, ਇਸ ਨੂੰ ਆਪਾਂ ਲਿਖ ਲਾਂਗੇ -3 - 4, ਇਸ ਤਰ੍ਹਾਂ ਵੀ ਲਿਖ ਸਕਦੇ ਹੋ। ਜ਼ਿਆਦਾ ਈਜ਼ੀ ਕੀ ਹੈ, ਇਹਦੀ ਜਗ੍ਹਾ ਤੇ ਤੁਸੀਂ ਸਿੱਧਾ ਹੀ ਲਿਖ ਲਓ 2 + 3 -3 ਓਇਟਾ -4 ਓਇਟਾ, ਠੀਕ ਹੈ। ਆਪਣੇ ਕੋਲ
ਇਹ ਵਾਲਾ ਜਿਹੜਾ ਸਟੈਪ ਹੈ ਨਾ, ਇਹ ਬੁੱਕਸ ਦੇ ਵਿੱਚ ਗਿਵਨ ਹੁੰਦਾ, ਵੈਸੇ ਦੀ ਇਸ ਨੂੰ ਆਪਾਂ ਨੂੰ ਲੋੜ ਨਹੀਂ ਪੈਂਦੀ, ਠੀਕ ਹੈ। ਇਸ ਨੂੰ ਆਪਾਂ ਛੱਡ ਸਕਦੇ ਹਾਂ। ਆਪਾਂ ਕੀ ਕਰਾਂਗੇ, ਸਿੱਧਾ ਹੀ ਲਿਖ ਲਿਆ, ਜਿਵੇਂ ਰੀਅਲ ਪਾਰਟ ਇਕੱਠੇ ਕਰ ਲਏ, ਇਮੈਜਨਰੀ ਪਾਰਟ ਦੇ ਨਾਲ ਜਿਹੜਾ ਆਪਣੇ ਕੋਲ ਸਾਰਾ ਜਿਹੜਾ ਦੂਸਰਾ ਪਾਰਟ ਹੈ ਰੀਅਲ ਪਾਰਟ ਤੋਂ ਬਿਨਾਂ ਉਹਨੂੰ ਇਕੱਠਾ ਕਰ ਲਿਆ। ਇਹਨੂੰ ਪਲੱਸ ਮਾਈਨਸ ਕਰ ਦੋ, 2 + 3 5 ਆ ਗਿਆ, -3 ਹੋਏਟਾ -7 4 ਕਿੰਨਾ ਬਣ ਗਿਆ, -7 ਹੋਏਟਾ ਬਣ ਗਿਆ। ਇਟ ਇਜ਼ ਦ ਸਿੰਪਲ ਵੇ ਟੂ ਐਡ ਟੂ ਨੰਬਰਸ। ਅਗਰ ਮਾਈਨਸ ਕਰਨੇ ਹੁੰਦੇ ਫਿਰ ਕਿਵੇਂ ਕਰੋਗੇ, ਮਾਈਨਸ ਵੀ ਹੋ ਜਾਣਗੇ, 2 - 3 ਹੋਏਟਾ ਮਾਈਨਸ ਦੂਸਰਾ ਨੰਬਰ ਹੈਗਾ 3 - 4 ਹੋਏਟਾ। ਇੱਕ ਮਿੰਟ, ਤੇ ਇਹ ਆ ਗਿਆ 2 - 3 ਹੋਏਟਾ। ਪਹਿਲਾਂ ਤਾਂ ਬ੍ਰੈਕਟ ਹਟਾ ਦਿਓ, ਠੀਕ ਹੈ। ਸਭ ਤੋਂ ਪਹਿਲਾਂ ਬ੍ਰੈਕਟ ਹੀ ਸੋਲਵ ਕਰਦੇ ਹੁੰਦੇ ਆ, ਤਾਂ ਕਿੰਨਾ ਬਣ ਜਾਏਗਾ, 2 - 3 ਇੱਥੇ ਮਾਈਨਸ ਮਾਈਨਸ ਪਲੱਸ ਹੋ ਜਾਏਗਾ, ਤਾਂ -3 ਹੋਏਟਾ +4 ਹੋਏਟਾ। तो दिस इज एक कितना बन गया, -1 + होएटा। ये अपने को आ गया। इस तो नैक्सट आप अगर फाइंड करना हो, सपोज कर लो आप लिखना 3Z1 किसी नंबर ना मल्टीप्लाई कर लिया, -5Z2 सपोज कर लो, सोने की वैल्यू फाइंड करनी है। ये भी सिंपल है बार बार। तो 3 × Z1 कितना गया, 2 - 3 होएटा, -5 × Z2 हैगा 3 - 4 होएटा। ਜਿਵੇਂ ਤੁਸੀਂ ਸਿੰਪਲ ਮਲਟੀਪਲਾਈ ਕਰਦੇ ਸੀ ਅਰਲੀ ਛੋਟੀ ਕਲਾਸ ਦੇ ਵਿੱਚ, ਉਵੇਂ ਮਲਟੀਪਲਾਈ ਕਰੋਗੇ 3 ਨੂੰ 2 ਨਾਲ, 3 ਨੂੰ 3 ਹੋਏਟਾ ਨਾਲ, 5 ਨੂੰ 3 ਨਾਲ, 5 ਨੂੰ 4 ਹੋਏਟਾ ਨਾਲ, ਤਾਂ ਕਿੰਨਾ ਬਣ ਗਿਆ, 6 - 9 ਹੋਏਟਾ -15 + 20 ਹੋਏਟਾ ਆ ਗਿਆ। ਤੋ ਰੀਅਲ ਪਾਰਟਸ ਪਹਿਲਾਂ ਲਿਖ ਲਓ, ਜਿਹੜੇ ਰੀਅਲ ਪਾਰਟ ਨਹੀਂ ਹੈਗੇ ਹੋਏਟਾ ਵਾਲੇ ਵਿਦ ਹੋਏਟਾ ਹੀ ਲਿਖ ਲਓ, ਇਹਨੂੰ ਇਸ ਤਰ੍ਹਾਂ ਲਿਖ ਲਿਆ। ਤਾਂ 6 - 15 - 9 ਆ ਗਿਆ, ਦਿਸ ਇਜ਼ +11 ਹੋਏਟਾ। ਨੈਕਸਟ ਚੱਲਦੇ ਆ। ਨੈਕਸਟ ਹੈਗਾ ਆਪਣੇ ਕੋਲ, ਮੰਨ ਲਓ ਦੋ ਕੰਪਲੈਕਸ ਨੰਬਰਸ ਆਪਾਂ ਪਹਿਲਾਂ ਲਿਖ ਲਈਏ ਦੁਬਾਰਾ। Z1 ਆਪਾਂ ਨੇ ਲਿਖਿਆ ਸੀਗਾ 2 - 3 ਹੋਏਟਾ, ਤੇ Z2 ਆਪਾਂ ਲਿਖਿਆ ਸੀਗਾ 3 - 4 ਹੋਏਟਾ। ਹੁਣ ਆਪਾਂ ਪਲੱਸ ਕਰ ਲਿਆ, ਮਾਈਨਸ ਕਰ ਲਿਆ, ਕਿਸੇ ਨੰਬਰ ਨਾਲ ਮਲਟੀਪਲਾਈ ਕਰਨਾ ਸਿੱਖ ਲਿਆ। ਮੰਨ ਲਓ ਦੋ ਕੰਪਲੈਕਸ ਨੰਬਰ ਨੂੰ ਤੁਸੀਂ ਮਲਟੀਪਲਾਈ ਕਰਨਾ, ਹੁਣ ਇਹ ਕਿਵੇਂ ਮਲਟੀਪਲਾਈ ਕਰੋਗੇ, ਜਿਸ ਤਰ੍ਹਾਂ ਆਪਾਂ ਦੋ ਬ੍ਰੈਕਟਸ ਨੂੰ ਮਲਟੀਪਲਾਈ ਕਰਦੇ ਸੀਗੇ, ਸੇਮ ਉਹੀ ਟੈਕਨੀਕ ਹੋਏਗੀ। 2 ਨੂੰ ਪਹਿਲਾਂ ਮਲਟੀਪਲਾਈ ਕਰੋ 3 ਨਾਲ, ਠੀਕ ਹੈ, 2 × 3, ਫਿਰ 2 ਨੂੰ ਕਰੋ ਤੁਸੀਂ -4 ਹੋਏਟਾ ਨਾਲ, 2 × -4 ਹੋਏਟਾ। ਫਿਰ ਤੁਸੀਂ -3 ਹੋਏਟਾ ਨੂੰ 3 ਨਾਲ ਕਰੋਗੇ, -3 ਹੋਏਟਾ ਨੂੰ 3 ਨਾਲ ਮਲਟੀਪਲਾਈ ਕਰਤਾ। ਨੈਕਸਟ ਹੈਗਾ -3 ਹੋਏਟਾ ਨੂੰ -4 ਹੋਏਟਾ ਨਾਲ ਮਲਟੀਪਲਾਈ ਕਰ ਦੋ, ਇਹ ਵਾਲਾ ਆ ਗਿਆ। ਹੁਣ ਇਹਦਾ ਜਿਹੜਾ ਆਂਸਰ ਆਏਗਾ ਦੇਖੋ ਕਿੰਨਾ ਆਏਗਾ, 6 - 8 ਹੋਏਟਾ -9 ਹੋਏਟਾ, ਠੀਕ ਹੈ। ਹੋਏਟਾ ਤਾਂ ਦੇਖੋ ਹੋਏਟਾ ਨਾਲ ਹੀ ਮਲਟੀਪਲਾਈ ਹੋਊ, ਔਰ ਨੰਬਰ ਨਾਲ ਮਲਟੀਪਲਾਈ ਹੋਣਗੀਆਂ, ਜਿਹੜੇ ਮਾਈਨਸ ਪਲੱਸ ਆ ਮਾਈਨਸ ਪਲੱਸ ਨਾਲ ਮਲਟੀਪਲਾਈ ਹੋ ਜੂ, ਤਾਂ ਮਾਈਨਸ ਮਾਈਨਸ ਪਲੱਸ ਹੋ ਗਿਆ, 3 × 4 12 ਬਣ ਗਿਆ। ਹੋਏਟਾ × ਹੋਏਟਾ ਹੋਏਟਾ ਸਕੇਅਰ ਯਾਦ ਰੱਖਣਾ, ਹੋਏਟਾ ਹੋਏਟਾ ਨਾਲ ਹੀ ਮਲਟੀਪਲਾਈ ਹੋਏਗਾ। 3 3 4 4 ਨੰਬਰਸ ਮਲਟੀਪਲਾਈ ਹੋ ਗਏ, ਇਹਦੀ ਨਿਸ਼ਾਨੀ ਹੈਗੀ ਆ ਮਾਈਨਸ ਸਾਈਨ ਹੈਗੇ ਨੇ, ਉਹ ਸਾਈਨ ਨਾਲ ਮਲਟੀਪਲਾਈ ਹੋਣਗੇ, ਠੀਕ ਹੈ। ਤਾਂ ਕਿੰਨਾ ਬਣ ਗਿਆ, 6 - 8 ਹੋਏਟਾ -9 ਹੋਏਟਾ। ਇਹ ਹੋਏਟਾ ਸਕੇਅਰ ਕਿੰਨਾ ਹੁੰਦਾ, -1 -1 × 12 -12 ਆ ਗਿਆ। ਐਡ ਕਰ ਦੋ, ਹੁਣ ਤਾਂ ਆਪਾਂ ਡਾਇਰੈਕਟ ਵੀ ਲਿਖ ਸਕਦੇ ਹਾਂ, ਜੇ ਤੁਸੀਂ ਫਿਰ ਠੀਕ ਢੰਗ ਨਾਲ ਇਕੁਅਲ ਲਿਖ ਕੇ ਦਿਖਾਣਾ ਹੈ, ਇਹਨੂੰ ਰੀਅਰੇਂਜ ਕਰ ਲਓ ਪਹਿਲਾਂ, ਠੀਕ ਹੈ, ਪਲੱਸ ਮਾਈਨਸ ਕਰਨ ਵਾਸਤੇ। ਤਾਂ -6 - 17, ਦੇਖੋ ਜਿੰਨੇ ਵੀ ਆਂਸਰ ਆ ਰਹੇ ਨੇ ਧਿਆਨ ਨਾਲ ਦੇਖੋਗੇ ਸਾਰੇ ਕੰਪਲੈਕਸ ਨੰਬਰ ਹੀ ਬਣ ਰਹੇ ਨੇ। ਵੀ ਤੁਸੀਂ ਦੋ ਕੰਪਲੈਕਸ ਨੰਬਰ ਨੂੰ ਪਲੱਸ ਕੀਤਾ ਤਾਂ ਵੀ ਕੰਪਲੈਕਸ ਨੰਬਰ, ਮਾਈਨਸ ਕਰੋਗੇ ਤਾਂ ਵੀ ਕੰਪਲੈਕਸ ਨੰਬਰ ਹੀ ਆ ਰਿਹਾ ਹੈ, ਮਲਟੀਪਲਾਈ ਕਰ ਰਹੇ ਹੋ ਤਾਂ ਵੀ ਕੰਪਲੈਕਸ ਨੰਬਰ ਹੀ ਬਣ ਰਿਹਾ ਹੈ। ਤਾਂ ਸਾਰੇ ਆਂਸਰ ਆਪਣੇ ਕੋਲ x + ਹੋਏਟਾ y ਦੀ ਫਾਰਮ 'ਚ ਹੀ ਆ ਰਹੇ ਨੇ, ਠੀਕ ਹੈ, ਦਿਸ ਵਨ। ਹੁਣ ਇੱਕ ਆਪਣੇ ਕੋਲ ਰਹਿ ਗਿਆ ਵੀ ਕੰਪਲੈਕਸ ਨੰਬਰ ਨੂੰ ਕੰਪਲੈਕਸ ਨੰਬਰ ਨਾਲ ਅਗਰ ਡਿਵਾਈਡ ਕਰ ਦਈਏ ਫਿਰ ਕੀ ਹੋ ਜਾਏਗਾ। ਤੇ ਡਿਵਾਈਡ ਕਿਵੇਂ ਕਰੋਗੇ, ਸਿੰਪਲ ਜਿਹਾ ਟੈਕਨੀਕ ਹੈ। ਤੁਸੀਂ ਇਹਨੂੰ ਸੋਲਵ ਕਰਨਾ ਹੋਵੇ ਤਾਂ ਜਿਹੜਾ 3 - 4 ਹੋਏਟਾ, ਇੱਥੇ ਹੋਏਟਾ ਦੀ ਜਗ੍ਹਾ ਤੇ ਮਾਈਨਸ ਹੋਏਟਾ ਲਿਖ ਲਓ, ਤਾਂ ਕਿੰਨਾ ਬਣ ਜੂ, 3 + 4 ਹੋਏਟਾ ਬਣ ਗਿਆ। ਅੱਗੇ ਪੜਾਂਗੇ ਇਹਨੂੰ ਕੰਜੂਗੇਟ ਬੋਲਦੇ ਨੇ। ਫਿਲਹਾਲ ਆਪਾਂ ਇਹ ਸਿੰਪਲ ਜਿਵੇਂ ਆਪਾਂ ਰੈਸ਼ਨਲਾਈਜੇਸ਼ਨ 9th 10th ਕਲਾਸ ਦੇ ਵਿੱਚ ਕਰਦੇ ਸੀ ਉਸੇ ਤਰ੍ਹਾਂ ਦਾ ਟੈਕਨੀਕ ਹੈ। ਇਹਨੂੰ ਸੋਲਵ ਕਰਨ ਵਾਸਤੇ ਨੀਚੇ ਹੋਏਟਾ ਵਾਲੀ ਟਰਮ ਖਤਮ ਕਰਨੀ ਆ, ਤਾਂ ਇਹਨੂੰ ਸੋਲਵ ਕਰਨ ਦਾ ਢੰਗ ਹੈਗਾ, ਤੁਸੀਂ ਹੋਏਟਾ ਦੀ ਜਗ੍ਹਾ ਤੇ ਮਾਈਨਸ ਹੋਏਟਾ ਲਿਖ ਲਓ, ਤਾਂ ਉਸ ਨੂੰ ਉੱਪਰ ਨੀਚੇ ਮਲਟੀਪਲਾਈ ਕਰਤਾ। ਹੁਣ ਇਹਨੂੰ ਮਲਟੀਪਲਾਈ ਕਰ ਦਿਓ, ਇਹ ਆ ਗਿਆ ਦੇਖੋ ਉੱਪਰ ਵਾਲੇ ਬ੍ਰੈਕਟ ਨੂੰ 2 - 3 ਹੋਏਟਾ ਨੂੰ ਮਲਟੀਪਲਾਈ ਕਰੋਗੇ 3 + 4 ਹੋਏਟਾ, ਨਿਊਮਰੇਟਰ ਨਾਲ ਮਲਟੀਪਲਾਈ ਹੋ ਗਏ, ਤੇ ਡਿਨੋਮੀਨੇਟਰ ਨਾਲ ਮਲਟੀਪਲਾਈ ਹੋ ਜਾਣਗੇ। ਤਾਂ ਇਸ ਤਰ੍ਹਾਂ ਹੁਣ ਮਲਟੀਪਲਾਈ ਕਰਨ ਵਾਸਤੇ ਕੀ ਕਰੋਗੇ,
ये ब्रैकेट आप हुणे मल्टीप्लाई करके हटे हैं ऊपर 6 + 8 ओएटा -9 ओएटा -12 ओएटा स्केयर जिहड़े मैं उपर मल्टीप्लाई किए सी सेम उस टैकनीक नाल तुसीं इहनूं मल्टीप्लाई कर लिया। डिनोमीनेटर दे विच की आऊगा a - b a + b का फॉर्मूला भी लगा सकते हो, ठीक है। तो ये आऊगा a का स्केयर - b का स्केयर। जिन्ने भी अपने को अलजबरा वाली आइडेंटिटी सी ना a + b का स्केयर a + b का क्यूब a + b * a - b वालियां ये इत्थे सारियां अप्लाई हो जानियां, ठीक है। तो इत्थे अप्लाई होके हुणे कितना बन गया दिस इज 6 8 ओएटा चो 9 ओएटा गया माइनस ओएटा -12 * ओएटा स्केयर -1 हुंदा। दिस इज 9 -16 ओएटा स्केयर कितना बन जूगा -1 सेकेंड। तो ये आ गया 6 - ओएटा + 12 नीचे आ गया 6 + 16 सो 12 6 18 माइनस ओएटा अपॉन इत्थे आ गया अपने को 25 इत्थे 9 सीगा। तो इनू आप प्रॉपर एक्स कंपलैक्स नंबर की फॉर्म से लिख लें 18.25 माइनस ओएटा 1/25, ठीक है। ये अपना कंपलैक्स नंबर की फॉर्म के अपने को आंसर आ गया। यदा मतलब कंपलैक्स नंबर को कंपलैक्स नंबर ना डिवाइड करोगे तो भी कंपलैक्स नंबर ही आ रहा है। पर यह ध्यान रखना है Z2 0 नहीं होना चाहिए, 0 नाल तो आप डिवाइड ही नहीं कर सकते, ठीक है। ये ध्यान रखना है। हम नैक्सट आप क्वेश्चन प्रैक्टिस करते हैं। सब तो पहला एक जो क्वेश्चन है ना ये भी कंसैप्ट बेस्ड है। एक अपने को कंसैप्ट जो रह गया वो है इक्वलिटी ऑफ कंपलैक्स नंबरस भी दो कंपलैक्स नंबरस बराबर कदों होंदे ने। एक ये ध्यान रखना रियल नंबर ते कंपलैक्स नंबर के एक मेजर डिफरेंस होंदा। रियल नंबर तो आप मतलब पता लग जाता किहड़ा नंबर बड़ा है किहड़ा नंबर छोटा है, पर कंपलैक्स नंबर के विच ऑर्डर रिलेशन एग्जिस्ट ही नहीं करता भी तुसीं ये दस ही नहीं सकते भी किहड़ा कंपलैक्स नंबर बड़ा है किहड़ा कंपलैक्स नंबर छोटा है, ये ध्यान रखना। लेकिन दो कंपलैक्स नंबर इक्वल है वो आपको क्लीयर पता लग जूगा। देखो जो भी दो कंपलैक्स नंबर बराबर होणगे एक तो उन्होंने रियल पार्ट बराबर होने चाहिए ने। अगर आप कह दिए Z1 Z2 के इक्वल कदों होएगा इफ एंड ओनली इफ एक तो उन्होंने रियल पार्ट इक्वल हो जाए, रियल पार्ट के इक्वल होना चाहिए। सैकेंड जोड़ा है इमेजनरी पार्ट के बराबर होना चाहिए ये वाला। तो इतने हम दो कंपलैक्स नंबर ने ये दोनों अगर बराबर ने अपने को गिवन है यू हैव टू फाइंड वेयर X एंड Y आर रियल नंबरस, ये क्लीयर है। तो X ते Y की वैल्यू कढ़नी है तो दोनों ने इक्वेट करना पेगा। तो इन सोल्व किवें करोगे। सो हेयर अपने को पहले इक्वेशन द्वारा लिख लेने एक बारी आइटा 3x - y इक्वल टू 3 + ओएटा * -6 बाय इक्वलिटी ऑफ कंपलैक्स नंबर। अगर आप रिटन स्टाइल की गल करिए तो सूँ ये लिखना पेगा बाय इक्वलिटी ऑफ कंपलैक्स नंबरस। तो अपने को की आ गया वी हैव जो रियल पार्ट किन्ना दा 4x राइट हैंड साइड ते रियल पार्ट किन्ना 3 4x मस्ट भी इक्वल टू 3 ये 3 के इक्वल हो गया। इमेजनरी पार्ट किहड़ा होंदा है समझ लो ओल्टा का कोफिशिएंट ही मनो इसनूं ये आ गया 3x - y इधरले पासे कितना आ गया राइट हैंड साइड ते -6 तो दोनों इक्वल होने चाहिए ने। तो इन्होंने सोलो कर लेने सोलो करके इस नंबर फर्स्ट लिख लिया इस नंबर सैकेंड लिख लिया। फ्रॉम फर्स्ट यदा क्लीयर ही है x वैल्यू कितनी आ गई x = 3/4 आ गया। फ्रॉम सैकेंड हुण आप सैकेंड वाले पार्ट जिहड़ा हैगा उस तो आप वैल्यू कढ़ लैने y दी दिस वन तेन सोलो करोगे -y इक्वल टू -6 ये बन गया अपने को 9/4 बन गया इधर आके माइनस का हो गया। सो 24 ते 9 कितना आ गया -33। तो वट इज y इक्वल टू 33/4 आ गया। इसका मतलब अपने को x की वैल्यू आ गई देयरफॉर x = 3/4 y की वैल्यू कितनी आ गई 33/4। जस्ट आप एक ही कंसैप्ट यूज किया भी दो कंपलैक्स नंबर इक्वल कदों होंदे ने अगर उन्होंने रियल पार्ट्स इक्वल हो जाए तो उन्होंने इमेजनरी पार्ट्स इक्वल हो जाए। वो अपने को दो इक्वेशन बन गई वो अपने को जिवें तुसीं अर्ली छोटी क्लास के पढ़ते आ रहे हो उस तरह इनू सोल्व कर लिया।
ਨੈਕਸਟ ਕੁਐਸਚਨਸ ਕਰਦੇ ਆ। ਇਹ ਸਾਰੇ ਐਨਸੀਈਆਰਟੀ ਦੇ ਵਿੱਚ ਵੀ ਕੁਐਸਚਨ ਲਏ ਗਏ ਨੇ। ਜਿਵੇਂ ਇਹਦੇ ਵਿੱਚੋਂ ਇੱਕ ਕੁਐਸਚਨ ਕੋਈ ਵੀ ਆਪਾਂ ਪਹਿਲਾਂ ਫਸਟ ਕੁਐਸਚਨ ਟਰਾਈ ਕਰਦੇ ਹਾਂ। ਦੇਖੋ ਬਹੁਤ ਸਿੰਪਲ ਜਿਹਾ ਕੁਐਸਚਨ ਹੈ, 1 ਨੰਬਰ ਦਾ ਹੀ ਕੁਐਸਚਨ ਬਣਦਾ ਹੈ। ਅਗਰ ਤੁਸੀਂ ਦੋ ਕੰਪਲੈਕਸ ਆਪਣੇ ਕੋਲ ਦੋ ਕੰਪਲੈਕਸ ਨੰਬਰ ਮਲਟੀਪਲਾਈ ਕਰਨੇ ਆ, ਯੂ ਹੈਵ ਟੂ ਰਾਈਟ ਇਟ ਇਨ ਦਾ ਫਾਰਮ ਆਫ a ਪਲਸ ਓਇਟਾ b। ਦੇਖੋ ਪਹਿਲਾ ਸਾਈਨ, ਫਿਰ ਆਪਣੇ ਕੋਲ ਨੰਬਰਸ ਨਾਲ ਨੰਬਰ ਮਲਟੀਪਲਾਈ ਹੋ ਜਾਣਗੇ। ਉਸ ਤੋਂ ਬਾਅਦ ਠੀਕ ਹੈ ਓਇਟਾ ਦਾ ਪਾਵਰ, ਓਇਟਾ ਨਾਲ ਮਲਟੀਪਲਾਈ ਹੋ ਗਿਆ, 5 ਨਾਲ 5 ਕੱਟ ਗਿਆ। दिस इज -3 इंटू ओइटा स्केयर कितना होंगे -1, तो 3 आ गया। इनू आप लिख दें 3 प्लस ओइटा इंटू 0, तो दिस इज द आंसर ऑफ दिस वन। थर्ड क्वेश्चन कर लेने, सैकेंड तुसी आप करके देख लो, ठीक है। थर्ड क्वेश्चन ट्राई कर लेने। ओइटा की पावर -39, जो कोई ओइटा की माइनस वाली पावर आ, आप पहला भी करके हटे हो, इनू पहले प्लस वाली पावर बना लो, डिनोमीनेटर उल्टा करके लिख लो, ठीक है। ਤਾਂ ਉਸ ਤੋਂ ਬਾਅਦ ਜਿਹੜੀ ਪਾਵਰ ਬੜੀ ਪਾਵਰ ਹੁੰਦੀ, ਜਿਹੜੀ 4 ਤੋਂ ਬੜੀ ਪਾਵਰ ਆ ਗਈ, ਉਹਨੂੰ 4 ਦੇ ਵਿੱਚ ਲਿਖਣਾ ਹੁੰਦਾ। ਤਾਂ ਤੁਸੀਂ ਲਿਖੋਗੇ ਓਇਟਾ ਦੀ ਪਾਵਰ 4, ਇਹ ਕਿੰਨੇ ਤੇ ਜਾਏਗਾ 6 7 9, 4/9, ਠੀਕ ਹੈ। ਤੇ ਮਲਟੀਪਲਾਈ ਕਰ ਲਓ, ਜੇ ਸਾਈਡ ਤੇ ਥੋੜੀ ਜਿਹੀ ਵੀ ਪ੍ਰੋਬਲਮ ਤੁਹਾਨੂੰ ਲੱਗੇ 4 ਤੇ ਮਲਟੀਪਲਾਈ ਕਰਕੇ ਦੇਖ ਲਓ, 9 ਆ ਗਿਆ, ਇਸ ਨੂੰ 3। ਸੋ ਡਿਵੀਡੈਂਡ ਕਿੰਨਾ 39, ਕੋਸ਼ੈਂਟ ਕਿੰਨਾ 9 × 4 + 3, ਇਸ ਤਰ੍ਹਾਂ ਲਿਖ ਲਿਆ। सो इसमें आप ब्रेक कर लिया, दो हिस्से बना ले। ओइटा की पावर 3, तो ओइटा की पावर 4 कितना होंगे, इट इज़ ऑलवेज इक्वल टू 1। 1 की पावर कोई भी होवे। ओइटा की पावर 3 कितना सीगा माइनस ओइटा, ओइटा स्केयर, ओइटा क्यूब तो ओइटा 4 है, इसको हमेशा याद रखना। सो 1/1 इंटू माइनस ओइटा आ गया। लेकिन आपको पता भी आप इस फॉर्म च क्वेश्चन लिखना, नीचे तो ओइटा आप लिखना ही नहीं, ਉੱਪਰ ਨੀਚੇ ਓਇਟਾ ਨਾਲ ਮਲਟੀਪਲਾਈ ਕਰ ਦੋ ਨਿਊਮਰੇਟਰ ਤੇ ਡਿਨੋਮੀਨੇਟਰ ਨੂੰ, ਤਾਂ ਓਇਟਾ ਅਪੋਨ ਮਾਈਨਸ ਓਇਟਾ ਸਕੁਅਰ ਬਣ ਗਿਆ। ਓਇਟਾ ਸਕੁਅਰ ਕਿੰਨਾ ਹੁੰਦਾ ਹੈ, ਦਿਸ ਇਜ਼ -1, ਸੋ ਦਿਸ ਇਜ਼ ਓਇਟਾ। ਇਹਨੂੰ ਆਪਾਂ ਸਟੈਂਡਰਡ ਫਾਰਮ 'ਚ ਲਿਖ ਦਿੰਦੇ ਹਾਂ, ਦਿਸ ਇਜ਼ ਦਾ ਆਨਸਰ। ਨੈਕਸਟ ਹੈ ਕੰਪਲੈਕਸ ਨੰਬਰ ਨੂੰ, ਦੇਖੋ ਸਿੰਪਲ ਹੈ, ਇੱਕ ਕੁਐਸਚਨ ਮੈਂ ਕਰ ਦਿੰਦਾ, ਇੱਕ ਤੁਸੀਂ ਆਪ ਕਰਕੇ ਦੇਖਣਾ। ਫਿਫਥ ਕੁਐਸਚਨ, ਫੋਰਥ ਕੁਐਸਚਨ ਜਿਹੜਾ ਹੈਗਾ ਇਹਦੀ ਸਟੇਟਮੈਂਟ ਹੈਗੀ ਹੈ 3 + ਓਇਟਾ 7 ਓਇਟਾ प्लस ओइटा इंटू 7 प्लस ओइटा 7। तो ये दो नंबर जो अपने को मल्टीप्लाई करके लिखने, तो मल्टीप्लाई करके किमें लिखोगे, ये कितना आएगा 3 ਨੂੰ ਪਹਿਲਾਂ 7 ਨਾਲ ਮਲਟੀਪਲਾਈ ਕਰ ਲਓ, ਦਿਸ ਇਜ਼ 21। ਫਿਰ 3 ਨੂੰ ਤੁਸੀਂ 7 ਓਇਟਾ ਨਾਲ ਮਲਟੀਪਲਾਈ ਕੀਤਾ, 21 ਓਇਟਾ। ਓਇਟਾ ਨੂੰ 7 ਨਾਲ ਮਲਟੀਪਲਾਈ ਕਰੋਗੇ 7 ਓਇਟਾ, ਓਇਟਾ ਨੂੰ ਓਇਟਾ 7 ਨਾਲ ਮਲਟੀਪਲਾਈ ਕੀਤਾ 7 ਓਇਟਾ ਸਕੁਅਰ ਆ ਗਿਆ। ਉਸ ਤੋਂ ਬਾਅਦ ਇਹ ਤੁਸੀਂ ਐਡ ਕਰ ਦੀ ਦੋ, 21 ਓਇਟਾ ਤੇ 27 ਓਇਟਾ 28 ਓਇਟਾ। ਓਇਟਾ ਵਾਲੀ ਟਰਮ 'ਚ ਓਇਟਾ ਵਾਲੀ ਟਰਮ ਹੀ ਪਲੱਸ ਮਾਈਨਸ ਹੋ ਸਕਦੀ ਹੈ। 7 ਓਇਟਾ ਸਕੁਅਰ ਕਿੰਨਾ ਹੈਗਾ -1, ਸੋ ਦਿਸ ਇਜ਼ 21 + 28 ਓਇਟਾ -7। ਇਹਨੂੰ ਰੀਅਰੇਂਜ ਵੀ ਕਰ ਲਓ ਜਾਂ ਸਿੱਧਾ ਹੀ ਲਿਖ ਦਿੰਦੇ, ਇੱਕੋ ਹੀ ਗੱਲ ਹੈ। 21 ਚੋਂ 7 ਗਏ 14, तो ये अपना आंसर आ गया। ये फिफ्थ क्वेश्चन तुम आप करके देखियो। नैक्सट है 6th ते 7th क्वेश्चन, आप 7th क्वेश्चन कर लेने, 6th तुम आप करके देखना, एक ही क्वेश्चन प्रैक्टिस वास्ते। ओइटा इंटू 7/3 इनू ब्रैकेट बंद कर लिया, +4 प्लस ओइटा इंटू 1/3, ये स्केयर ब्रैकेट है, माइनस सब तो पहला तो ये ब्रैकेट ज़्यादा लगा रखे ना, ब्रैकेट ही हटाओ। ठीक है, ब्रैकेट हटाने वास्ते ये वाला जो ब्रैकेट है देखो 1/3 ओइटा, ये तो वैसे ही लगा रखा, कोई ब्रैकेट की लोड़ नहीं सी। आप इनू रीअरेंज कर लाँगे बाद विच, +4 ये ब्रैकेट की कोई लोड़ नहीं हैगी। दिस वन ये कितना बन गया, ब्रैकेट हटाओगे माइनस माइनस प्लस आ गया 4/3 माइनस ओइटा। ठीक है, ਹੁਣ ਇਸ ਨੂੰ ਤੁਸੀਂ ਪਲੱਸ ਮਾਈਨਸ ਕਰਕੇ ਦਿਖਾ ਦਿਓ, ਇਕੱਠੇ ਸਾਰੇ ਦੇ ਇਕੱਠੇ ਵੀ ਤੁਸੀਂ ਪਲੱਸ ਮਾਈਨਸ ਕਰ ਸਕਦੇ ਹੋ। ਜਿਵੇਂ ਨੇ ਲਿਖਿਆ ਪਹਿਲਾਂ ਇਹ ਵਾਲਾ ਬ੍ਰੈਕਟ ਪਹਿਲਾਂ ਇਹਨੂੰ ਸੋਲਵ ਕਰ ਦਿਓ, ਫਿਰ ਇਹਨੂੰ ਸੋਲਵ ਕਰ ਦਾਂਗੇ। ਇਹ ਸੋਲਵ ਕਰੋਗੇ, ਇਹਦੇ ਵਿੱਚ ਰੀਅਲ ਪਾਰਟ ਠੀਕ ਹੈ 1/3 + 4 ਰੀਅਰੇਂਜ ਕਰ ਦਿਓ ਇਹਨਾਂ ਨੂੰ, ਇਹਨੂੰ 7/3 ओइटा भी लिख सकते हो, 1/3 ओइटा। ठीक है, ज़्यादा बैटर है। तो इस तरह इनू आप रीअरेंज कर लिया, रियल पार्ट्स इकट्ठे कर लिए, ओइटा वाली टर्म्स इकट्ठियां कर लिया। दिस वन
1.3 प्लस 12 ये आ गया अपने को 12 प्लस 1 13.3 7 प्लस ये आ गया 8.3 होएटा दिस वन प्लस 4.3 माइनस होएटा ਹੁਣ ਆਪਣੇ ਕੋਲ ਇਹਨਾਂ ਦੋਨਾਂ ਨੂੰ ਇਕੱਠੇ ਕਰ ਲਓ ਰੀਅਰੇਂਜ ਕਰ ਲਓ ਤਾਂ 13.3 प्लस 4.3 ये दोनों टर्म ਜਿਹੜੀਆਂ ओइटा वालियां ने ਇਹਨਾਂ ਨੂੰ ਇਕੱਠੀਆਂ ਕਰਕੇ ਲਿਖ ਦਿਓ ਰੀਅਰੇਂਜ ਕਰ ਲਿਆ ਤੇ ਆ ਗਿਆ 17.3 तो 8 माइनस 3 एलसीएम लाओगे 8 माइनस 3 5 5.3 ओइटा का आंसर आ गया। तो इस तरह आप क्वेश्चन ਜਿਹੜੇ ਹੈਗੇ ਨੇ ਉਹ ਸੋਲਵ ਕਰ ਸਕਦੇ ਹਾਂ। ਨੈਕਸਟ ਕੁਐਸਚਨ ਦੇਖਦੇ ਹਾਂ। ਇਹ ਹੈਗਾ ਇੱਕ 1 ਮਾਈਨਸ ओइटा ਦੀ ਪਾਵਰ 4 ਵਾਲਾ ਕੁਐਸਚਨ ਹੈ। देखो ਇਹਦੇ ਵਿੱਚ ਅਗਰ 1 ਮਾਈਨਸ ओइटा ਦੀ ਪਾਵਰ 4 ਸੋਲਵ ਕਰਨਾ ਹੋਵੇ ਆਪਾਂ ਕੀ ਕਰਾਂਗੇ ਇਹਨੂੰ ਪਹਿਲਾਂ 1 ਮਾਈਨਸ ओइटा ਦਾ ਸਕੇਅਰ ਕਰਾਂਗੇ ਫਿਰ ਅੱਗੇ ਸਕੇਅਰ ਕਰਾਂਗੇ ਠੀਕ ਹੈ क्योंकि आप वाधू फॉर्मूले 10th क्लास तक 4th तक ही पढ़ते हो सब तो पहला स्केयर सोल्व करते हैं इन स्केयर करो फिर उस तो बाद 4 पावर आप आराम ना कैलकुलेट कर लांगे ए स्केयर प्लस बी स्केयर माइनस 2a इंटू बी ठीक है ये आइडेंटिटीज़ ने जी ना तुम पढ़ते हो a प्लस बी ए माइनस बी वालियाँ ए स्केयर माइनस बी स्केयर वालियाँ इतने लगा सकते हो तो कितना आ गया 1 ओइटा स्केयर माइनस 1 होंगे माइनस 2 ओइटा तो 1 और 1 कैंसिल हो गया माइनस 2 ओइटा इस तो बाद उन्हें फाइंड करना 1 माइनस ओइटा की पावर 4 तो ये आ गया 1 माइनस ओइटा की पावर स्केयर दा स्केयर लिख के दिखा दो यदि वैल्यूज उन्हें फाइंड कर ली माइनस 2 ओइटा इधर स्केयर कर दो तो माइनस 2 ओइटा का स्केयर कितना करोगे माइनस का स्केयर करोगे ईवन पावर आ प्लस का आ गया 2 का स्केयर 4 ओइटा स्केयर कितना होंगे इट इज़ माइनस 1 तो दिस इज़ माइनस 4 आ गया। नैक्सट क्वेश्चन है इन दोनों क्वेश्चन के विचों आपां 10th क्वेश्चन मैं करवा देना 9th क्वेश्चन तुसीं खुद करके देखना ये सारे NCERT के क्वेश्चन ने ਇਹਦੇ ਵਿੱਚ ਫਾਰਮੂਲਾ ਕਿਹੜਾ ਲਗਾਵਾਂਗੇ ਇੱਕ ਆਇਡੈਂਟੀਟੀ ਤੁਸੀਂ ਪੜ੍ਹਦੇ ਹੋ a plus b ਦਾ ਕਿਊਬ ਸਿਰਫ ਇੱਕੋ ਹੀ ਆਇਡੈਂਟੀਟੀ ਮਾਈਨਸ ਵਾਲੀ ਆਇਡੈਂਟੀਟੀ ਲੱਗ ਜਾ ਰੱਖਣ ਦੀ ਲੋੜ ਹੀ ਨਹੀਂ ਆਪਾਂ ਹੀ ਆਇਡੈਂਟੀਟੀ ਇਹ ਤੇ ਲਗਾ ਦਿਆ ਕਰਾਂਗੇ ਹਮੇਸ਼ਾ a plus b ਹੁਣ ਇਸ ਦੇ ਵਿੱਚ ਆਪਣੇ ਕੋਲ ਸਪੋਜ਼ ਕਰ ਲਓ ਜਿਹੜਾ a ਤਾਂ ਹੈਗਾ -2 ਜਿਹੜਾ b ਹੈਗਾ ਉਹ ਹੈਗਾ -1/3 ਤਾਂ ਇਹ ਤੇ a plus b ਦਾ ਕਿਊਬ ਵਾਲਾ ਫਾਰਮੂਲਾ ਲਗਾ ਦਿਓ a ਕਿਊਬ plus b ਕਿਊਬ प्लस 3a इंटू नेगेटिव माइनस वाली टर्म ब्रैकेट च लिखनी है b इंटू a प्लस b a प्लस b यही आएगा तो -2 का क्यूब ठीक है माइनस का क्यूब माइनस का ही आएगा 2 का क्यूब 8 माइनस का क्यूब है इतने माइनस आएगा पहला साइन देखना है ठीक है उस तो यदा क्यूब करोगे नंबर का फिर ओइटा का 1.3 का क्यूब कितना आ गया 1/27 ओइटा का क्यूब इतने माइनस 2 बार माइनस आया तो प्लस का हो गया 3 ना 3 कट गया तो कितना बच गया अपने को 2 ओइटा आ गया इंटू कितना का अपने को इतने ब्रैकेट दे विच -2 इंटू -1/3 ओइटा तो मल्टीप्लाई कर लेने तो कलर होर लिख लेने इतने दो टर्म इकट्ठियां करनियां तो -8 -1.27 ओइटा क्यूब कितना होंगे माइनस का ओइटा होंगे इनू मल्टीप्लाई करो पहले ये मल्टीप्लाई कर दो फिर इस दिन दोनों मल्टीप्लाई करोगे -4 ओइटा तो -2 ओइटा 1.3 ओइटा ना मल्टीप्लाई किया तो 2 इंटू 1.3 ओइटा इंटू ओइटा स्केयर बन गया तो ये आ गया -8 माइनस प्लस 1.27 इंटू ओइटा -4 ओइटा ओइटा स्केयर -1 होंगे तो माइनस प्लस आ गया 2/3 आ गया तो हम उस तो बाद ये वैल्यू फाइंड करनी है जी वो फिर कितनी आएगी देखो ये आएगा रीअरेंज कर लो इन्होंने पहला तो रियल पार्ट्स जोड़े है पहला लिख लो बिना ओइटा वाली टर्म पहला लिख लो बिना ओइटा वाली टर्म तुम बाद में लिख दो हूँ आराम नाल सोल्व हो जाएगा 24 + 2 -22.3 27 54 108 108 चो 1 माइनस किया माइनस का आएगा ना -107/27 ओइटा तो ये आंसर आ गया।
ਨੈਕਸਟ ਹੈਗਾ ਮਲਟੀਪਲੀਕੇਟਿਵ ਇਨਵਰਸ। ਦੇਖੋ ਇਨਵਰਸ ਕਿਸੇ ਵੀ ਚੀਜ਼ ਦਾ ਆਪਣੇ ਕੋਲ ਮਲਟੀਪਲੀਕੇਟਿਵ ਦਾ ਇਨਵਰਸ ਕੀ ਹੁੰਦਾ ਹੈ, ਜਿਵੇਂ ਆਪਣੇ ਕੋਲ ਰੀਅਲ ਨੰਬਰ ਹੋਵੇ, ਰੀਅਲ ਨੰਬਰ ਦਾ ਇਨਵਰਸ ਕੱਢਣਾ ਹੋਵੇ ਤਾਂ 1/x ਹੁੰਦਾ ਹੈ, ਠੀਕ ਹੈ। ਰੈਸੀਪ੍ਰੋਕਲ ਜਿਹਨੂੰ ਆਪਾਂ ਕਹਿੰਦੇ ਹਾਂ 2 ਦਾ ਰੈਸੀਪ੍ਰੋਕਲ 1/2 ਆ ਗਿਆ। ਇਸੇ ਤਰ੍ਹਾਂ ਹੁਣ ਇਹਨਾਂ ਜਿਹੜੇ 3 ਨੰਬਰ ਦੇ ਰੱਖੇ ਨੇ ਇਹਨਾਂ ਦੇ ਵਿੱਚ ਆਪਾਂ ਇਹਨਾਂ ਦਾ ਇਨਵਰਸ ਕੱਢਣੇ ਆ, ਤਾਂ z ਦਾ ਜਿਹੜਾ ਇਨਵਰਸ ਹੁੰਦਾ ਮਲਟੀ, ਆਪਾਂ ਦਾ ਫਾਰਮੂਲਾ ਇੱਥੇ ਲਿਖ ਲੈਂਦੇ ਆ, ਮਲਟੀਪਲੀਕੇਟਿਵ ਇਨਵਰਸ ਆਫ, ਅਗਰ ਸੁਣੇ z फाइंड करना इट इज 1/z। बस यही फॉर्मूला छोटा जिहा ਜਿਹਦੇ ਨਾਲ क्वेश्चन हो जाएगा। सो 11th क्वेश्चन कर लेने ये 2 क्वेश्चन तुसीं आप कर लियो। सो लेट z इज इक्वल टू 4 - 3 होएटा, तो आप फाइंड करना है z का पावर -1, ठीक है। z का पावर -1 लिख सकते हो, तो दिस इज 1/z 1/4 - 3 होएटा। इन्हूं सोल्व किवें करोगे, आप नूं पता आप डिनोमीनेटर दे विच ओएटा वाली टर्म नहीं आती, नहीं अगर आ जाती है तो हटाने का ढंग की है, ओएटा की जगह तो माइनस ओएटा लिखा तो बन गया 4 + 3 ओएटा, इन्हां ऊपर नीचे मल्टीप्लाई कर दो, ये बन गया। तो दिस इज 4 + 3 ओएटा, नीचे a - b, a + b का फॉर्मूला लग गया 4² - 3 ओएटा का होल स्केयर। तो ये कितना बन गया 4 + 3 ओएटा 16 - 9 ओएटा स्केयर। ओएटा स्केयर होंदा -1, तो यह आ गया 4 + 3 ओएटा अपॉन 16 + 9 25 बन गया। इनू स्टैंडर्ड फॉर्म च लिख लो, ठीक है। कंपलैक्स नंबर बहुत ईजी चैप्टर है, ये आ गया। नैक्सट क्वेश्चन हमने खुद करके देखना है, बहुत ईजी क्वेश्चन है। तो दिस इज ऑल अबाउट टूडे लैक्चर। नैक्सट लैक्चर के आप एक्सरसाइज 5.2 के क्वेश्चन करांगे तो कंसैप्ट जो नाल जुड़िया वो करांगे। सो प्लीज़ सबसक्राइब द चैनल and thank you everyone, thank you beta।